ਦੋ ਪੈਰ ਘੱਟ ਤੁਰਨਾ, ਮੜਕ ਨਾਲ ਤੁਰਨ ਦੀ ਜੇ ਕਿਸੇ ਕੋਲੇ ਜਾਂਚ ਆ, ਉਹਦਾ ਨਾਂ ਆ ਮਨਜੀਤ ਇੰਦਰਾ। ਮੈਡਮ ਜੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਸਾਡੇ ਸ਼ੋਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮੈਨੂੰ ਤੁਸੀਂ ਦੱਸਿਓ, ਤੁਹਾਡਾ ਜਿਹੜਾ ਜਨਮ ਆ ਉਹ ਜਿਹੜਾ ਚੋਆਂ ਵਾਲਾ ਇਲਾਕਾ ਮੰਨਿਆ ਜਾਂਦਾ ਨਾ ਜੀ, ਹੁਸ਼ਿਆਰਪੁਰ, ਮੈਂ ਵੀ ਦੁਆਬੇ ਦਾ ਹੀ ਐਕਚੁਅਲੀ, ਬਜਵਾੜਾ, ਬੇਈਹਾਰਾ ਉਹਨੂੰ ਅਸੀਂ ਕਹਿੰਦੇ ਹੁੰਦੇ ਸੀਗੇ, ਹੈ ਨਾ। ਉਹ ਚੋਆਂ ਵਾਲੇ 'ਚ ਹੋਇਆ। ਤੇ ਤੁਹਾਡਾ ਫਿਰ ਜਿਹੜਾ ਤੁਸੀਂ ਜਦੋਂ ਸਕੂਲ ਸਕਾਲ, ਉਦੋਂ ਤਾਂ ਇੰਨੇ ਨਹੀਂ ਸੀ ਹੁੰਦੇ ਹੋਣੇ ਮੈਨੂੰ ਲੱਗਦਾ, ਕਿਉਂਕਿ ਨਹੀਂ ਕਿਉਂ ਨਹੀਂ ਸੀ ਹੁੰਦੇ, ਨਹੀਂ ਚੋ ਤਾਂ ਹੁੰਦੇ, ਸਕੂਲ ਘੱਟ ਵੱਧ ਹੁੰਦੇ ਹੋਣੇ ਆ ਜੀ, ਹੈ ਨਾ। ਮੇਰਾ ਜਨਮ ਉੱਥੇ ਹੋਇਆ, ਮੇਰੇ ਨਾਨਕਾ ਪਿੰਡ ਹੈ। ਪੜੇ ਪੁੜੇ ਮੇਰਾ ਨਾਨਕਾ ਪਿੰਡ ਹੈ, ਮੈਂ ਬਿਲਕੁਲ ਨਹੀਂ ਪੜ੍ਹੀ ਉੱਥੇ। ਅੱਛਾ ਜੀ। ਉੱਥੇ ਮੇਰੀ ਮਾਂ ਮੇਰੀ ਉਸ ਵੇਲੇ ਦੀ ਮਿਊਜ਼ਿਕ ਦੀ MA ਸੀਗੀ। ਅੱਛਾ। ਤੇ ਉਸ ਵੇਲੇ DAV ਹੋਸਟਲਸ ਵਿੱਚ ਰਹਿ ਕੇ ਉਹ ਪੜ੍ਹੇ ਆ ਮੇਰੇ ਮੰਮਾ। ਅੱਛਾ ਜੀ। तो मेरे नाना जी SDO सी उस वेले ਹੁਸ਼ਿਆਰਪੁਰ। हाँ, मैं बहुत पढ़े लिखे परिवार दी तो बड़ा मशहूर कॉलेज सी जी। हाँ, सो मेरे पिता सरदार हरभजन सिंह कलसी कम्युनिस्ट रहे, जगजीत आनंद दे मित्र रहे, अपना नवतेज दे क्लास फैलो रहे। मतलब ਤੁਹਾਡਾ ਜਿਹੜਾ ਜਨਮ ਆ ਉਹ ਹੁਸ਼ਿਆਰਪੁਰ ਹੋਇਆ? ਉਹ ਹੁਸ਼ਿਆਰਪੁਰ ਬਜਵਾੜੇ ਦਾ। ਤੁਹਾਡਾ ਜਿਹੜਾ ਅੱਗੇ ਪਾਲਣ ਪੋਸ਼ਣ ਹੈ, ਵੱਡੇ ਹੋਏ ਆ ਉਹ ਵੱਡੇ ਮੇਰੀ ਫਿਰ ਮੇਰੇ ਫਾਦਰ, ਕਿਉਂਕਿ ਮੇਰੇ ਫਾਦਰ ਐਜੂਕੇਸ਼ਨ ਡਿਪਾਰਟਮੈਂਟ 'ਚ ਸੀ, ਕਿਉਂਕਿ ਤਾਏ ਚਾਚੇ ਮਾਮੇ ਸਾਰੇ ਇਰੀਗੇਸ਼ਨ 'ਚ ਕੈਨਾਲਸ ਵਿੱਚ ਸੀਗੇ, ਤੇ ਮੇਰੇ ਫਾਦਰ ਐਜੂਕੇਸ਼ਨ 'ਚ ਸੀ, ਤੇ ਉਹਨਾਂ ਦੀ ਲੀਹ ਨੂੰ ਮੈਂ ਤੋਰਿਆ, ਮੈਂ ਐਜੂਕੇਸ਼ਨ 'ਚ ਹੈਗੀ ਆ। तो मेरे पिता मेरे हेडमास्टर, मेरे टीचर, मेरे प्रिंसीपल, मेरे बॉस मेरे पिता ही रहे जी। तो वो पुराना पंजाब, अज दा पंजाब तो छोटा जिहा पंजाब है, तो वो जिहड़ा पुराना पंजाब सीगा जिहदे विच हरियाणा हिमाचल जी शामिल सी जी जी। तो उस वेले मैं पहली तो पंजवीं तक जिला महिंदरगढ़ दे कस्बा कनीने च पढ़ी हाँ, हरियाणे 'ਚ। ਤੁਸੀਂ ਮੈਨੂੰ ਥੋੜਾ ਜਿਹਾ ਜਿਹੜਾ ਆਪਣਾ ਬਚਪਨ ਆ, ਤੁਸੀਂ ਕੁਦਰਤੀ ਆ, ਚਾਹੇ ਹਰਿਆਣਾ ਸੀ ਚਾਹੇ ਪੰਜਾਬ ਸੀ, ਉਹ ਟਾਟਾਂ ਵਾਲੇ ਸਕੂਲ ਹੁੰਦੇ ਸੀਗੇ, ਠੀਕ ਹੈ? ਹਾਂਜੀ। ਤੁਸੀਂ ਮੈਨੂੰ ਥੋੜਾ ਜਿਹਾ ਜਿਹੜੀ ਆਪਣੀ ਤੁਹਾਡੀ ਮਹਿੰਦਰਗੜ੍ਹ ਦੀ ਲੈਂਗੁਏਜ ਹੋਗੀ ਹਰਿਆਣਵੀ, ਉਹਦੇ ਵਿੱਚ ਦੱਸਿਓ ਕਿ ਤੁਸੀਂ ਟਾਟਾਂ ਵਾਲੇ ਸਕੂਲ 'ਚ ਕਿਵੇਂ ਜਾਂਦੇ ਸੀ, ਕਿਵੇਂ ਪੜ੍ਹਨ ਜਾਂਦੇ ਸੀ, ਉਹ ਥੋੜਾ ਦੱਸੋ। ਦੇਖੋ, ਗੱਲ ਇਹ ਹੈ ਕਿ ਵੀ ਮੈਨੂੰ ਚਾਹੇ ਤੁਸੀਂ ਇਹ ਮੇਰਾ ਵਰ ਵੀ ਸੀ, ਹੈਡਮਾਸਟਰ ਦੀ ਕੁੜੀ ਹੋਣਾ, ਤੇ ਇੱਕ ਸਰਾਪ ਵੀ ਸੀ, ਕਿਉਂਕਿ ਉਸ ਵੇਲੇ, ਅੱਜ ਕੱਲ ਤਾਂ ਕੋਈ ਕਿਸੇ ਨੂੰ ਮੰਤਰੀ ਨੂੰ ਨਹੀਂ ਸਮਝਦਾ, ਚੀਫ ਮਿਨਿਸਟਰ ਨੂੰ ਨਹੀਂ ਕੋਈ ਸਮਝਦਾ ਕੁਝ ਵੀ। ਉਸ ਵੇਲੇ ਹੈਡਮਾਸਟਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਸੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੋ ਮੈਨੂੰ ਹੈਡਮਾਸਟਰ ਦੀ ਕੁੜੀਆਂ ਨੂੰ ਕੋਈ ਡਰਦਾ ਛੇੜਦਾ ਵੀ ਨਹੀਂ ਸੀ ਹੁੰਦਾ। ਹਾਂ, ਜੋ ਮੈਨੂੰ ਕਹਿਣਾ, ਅਰੇ ਹੈਡਮਾਸਟਰ ਕੀ ਛੋਰੀ ਸਾ ਭਾਈ, ਕੁਛ ਨਾ ਕਹੀਏ ਇਸਨੇ। ਬਿਲਕੁਲ ਠੀਕ ਹੈ। ਤੋ ਤੁਹਾਨੂੰ ਮੈਂ ਦੱਸਾਂ, ਜਿਹੜਾ ਮਾਧਵ ਕੌਸ਼ਿਕ ਹੈ ਤੁਹਾਡਾ, ਹਾਂਜੀ, ਅੱਜ ਕੱਲ ਸਾਹਿਤ ਅਕੈਡਮੀ ਦਾ ਪ੍ਰੈਜ਼ੀਡੈਂਟ, ਹਾਂਜੀ ਹਾਂਜੀ, ਤੋ ਇਹ ਮੇਰਾ ਜੂਨੀਅਰ ਹੈ। ਅੱਛਾ ਜੀ। ਇਹਦੇ ਫਾਦਰ JBT ਟੀਚਰ ਹੁੰਦੇ ਸਨ, ਤੇ ਮੇਰੇ ਫਾਦਰ ਹੈਡਮਾਸਟਰ ਹੁੰਦੇ ਸਨ। ਸੋ ਉੱਥੋਂ ਦਾ ਜਿਹੜਾ ਸੀਗਾ ਉਹ ਬਿਲਕੁਲ ਅੱਜ ਕੱਲ ਤਾਂ ਹੈ ਹੀ ਨਹੀਂ। ਉਹ ਅਸੀਂ ਮਾਰੇ ਧਾਰੇ ਬੋਲਦੇ ਸੀ। ਮੈਂ ਤੁਹਾਨੂੰ ਉੱਥੋਂ ਦਾ ਗੀਤ ਜਿਹੜਾ ਸੀ ਗਾਉਂਦੀ, ਮੈਂ ਗਾਉਂਦੀ ਰਹੀ ਹਾਂ। ਅੱਛਾ ਜੀ। ਕਿ ਹੇ ਭਗਵਾਨ ਤੇਰੀ ਮਾਇਆ ਕਾ ਕੋਨੀ ਪਾਟਿਓ ਬੇਰਾ, ਅੱਛਾ, ਰਾਜਾ ਤੇ ਕੰਗਾਲ ਬਣਾ ਦੇ ਨਿਰਦਨੇ ਦਨ ਦੇਰਾ। ਅੱਛਾ ਜੀ। ਕਿ ਕਈ ਬੋਲੀ ਸੁਣ ਰਾਜਾ ਤੂੰ ਮੇਰੇ ਬਚਨ ਸਵੀਕਾਰ ਕਰੋ, ਦਇਓ ਭਰਤ ਨੇ ਰਾਜ ਤਿਲਕ ਰਾਮ ਕੋ 14 ਬਰਸ ਬਣਵਾਸ ਕਰੋ। ਅੱਛਾ ਜੀ। ਮੈਂ ਪੰਜਾਬੀ ਸਮਝ ਲੈਂਦੀ ਸੀ, ਘਰ ਬੋਲਦੇ ਸੀਗੇ, ਲੇਕਿਨ ਮੇਰਾ ਭਰਾ ਪੰਜਾਬੀ ਸਮਝਦਾ ਨਹੀਂ ਸੀ ਜੀ। ਤੇ ਮੈਂ ਫਿਰ ਅਸੀਂ ਜਿਹੜੇ ਰਹੇ ਆ ਹੈਗੇ ਆ ਜੀਂਦ, ਨਾਰਨੌਲ, ਦਾਦਰੀ, ਗੰਗਾਨਗਰ ਦੇ ਇਲਾਕਿਆਂ 'ਚ, ਹਿੰਦੀ ਬੋਲਦੇ ਇਲਾਕਿਆਂ 'ਚ। ਫਿਰ ਜਦੋਂ 5ਵੀਂ ਜਮਾਤ 'ਚ ਮੈਂ ਪੜ੍ਹਦੀ ਸੀ, ਤੇ ਉਦੋਂ ਗਿਆਨੀ ਜ਼ੈਲ ਸਿੰਘ ਮੇਰੇ ਰਿਸ਼ਤੇਦਾਰੀ 'ਚ ਵੀ ਨੇ। ਅੱਛਾ। ਤੋ ਮੇਰੇ ਤਾਇਆ ਜੀ ਵੀ ਲੱਗਦੇ ਆ। ਹਾਂਜੀ। ਤੋ ਮੇਰੇ ਪਿਤਾ ਨੂੰ ਬਦਲਾ ਕੇ MLA ਹੁੰਦੇ ਸਨ ਉਦੋਂ ਜੀ, ਉਹ ਬਦਲਵਾ ਕੇ ਭਸੌੜ ਲੈ ਕੇ ਆਏ। ਅੱਛਾ ਜੀ। ਮਲੇਰਕੋਟਲੇ ਔਰ ਧੂਰੀ ਦੇ ਵਿਚਕਾਰ ਪਿੰਡ ਹੈ ਭਸੌੜ। ਹਾਂਜੀ। ਤੋ ਇੱਥੇ ਮੈਂ ਵੀ ਦੱਸਦਾ ਕਿ ਮੇਰੇ ਪਿਤਾ ਨੂੰ ਸ਼੍ਰੇਅ ਜਾਂਦਾ ਸੀ ਵੀ ਜਿਹੜਾ ਸਕੂਲ ਮਿਡਲ ਤੋਂ ਹਾਈ ਹੁੰਦਾ ਸੀ, ਉਹਨੂੰ ਚਲਾਉਣ ਵਾਸਤੇ, ਰਵਾਂ ਕਰਨ ਵਾਸਤੇ ਮੇਰੇ ਪਿਤਾ ਨੂੰ ਭੇਜਿਆ ਜਾਂਦਾ ਸੀ। ਸੋ ਇਹ ਵੀ ਇੱਕ ਸ਼੍ਰੇਅ ਹੈਗਾ। ਸੋ ਮੈਂ ਭਸੌੜ ਆਈ। ਭਸੌੜ ਆ ਕੇ ਹੁਣ ਇੱਥੇ ਉਹ ਟਰੰਕੀ ਹੁੰਦੀ ਸੀਗੀ ਲੋਹੇ ਦੀ, ਲੋਹੇ ਦੀ ਟਰੰਕੀ ਲੈ ਕੇ ਜਾਣਾ, ਛਤਰੀ ਫੜੀ ਹੋਣੀ, ਫਰੋਕ ਪਾਈ ਹੋਈ ਹੈ, ਤੇ ਉਹਨਾਂ ਵਾਸਤੇ ਮੈਂ ਇੱਕ ਅਜੂਬਾ ਸੀ। ਅੱਛਾ ਜੀ। ਪਿੰਡ ਵਾਲਿਆਂ ਵਾਸਤੇ, ਨਿਆਣਿਆਂ ਵਾਸਤੇ ਮੈਂ ਇਕੱਲੀ ਕੁੜੀ ਹੁੰਦੀ ਸੀ ਮੁੰਡਿਆਂ ਦੇ ਸਕੂਲ 'ਚ। ਅੱਛਾ ਜੀ। ਤੋ ਕਹਿੰਦੇ ਕਿੱਦਾਂ, ਉਹ ਹੈਡ ਮਾਸਟਰਾਂ ਦੀ ਕੁੜੀ ਹੈ, ਤੇ ਛਤਰੀ ਨੂੰ ਦੇਖ ਕਹਿਣਾ ਵੀ ਆ ਮੀਂਹ ਪੈਂਦਾ, ਅਟੈਚੀ ਵੀ ਆ ਵਿਆਹ ਆਈ ਹੈ,
ਠੀਕ ਹੈ ਜੀ। ਤਾਂ ਬੜਾ ਅਜੀਬ ਜਿਹਾ ਲੱਗਣਾ ਵੀ ਇਹ ਕੀ ਹੈ। ਹੌਲੀ 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 ਫਿਰ ਉਸ ਗੱਲ ਦੀ ਸਮਝ ਆਈ। ਤਾਂ ਮੈਂ 5ਵੀਂ ਤੋਂ 10ਵੀਂ ਤੱਕ ਮੈਂ ਉੱਥੇ ਪੜ੍ਹੀ ਹਾਂ। ਤਾਂ ਮੇਰੀ ਕਵਿਤਾ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੋਕ ਟੱਚ ਹੈ ਪਿੰਡਾਂ ਦਾ, ਇਹ ਸਾਰਾ ਮੇਰੀ ਸ਼ਾਇਰੀ 'ਚ ਦੇਖਿਆ ਜਾ ਸਕਦਾ ਜੀ ਜੀ। ਸੋ ਉੱਥੋਂ ਫਿਰ ਮੈਂ ਕਾਲਜ ਪੜ੍ਹਨਾ ਸੀ, ਲੁਧਿਆਣੇ ਆ ਗਏ। ਤੁਸੀਂ ਗਵਰਨਮੈਂਟ ਕਾਲਜ ਤੋਂ ਪੜ੍ਹੇ ਹੋ? ਗਵਰਨਮੈਂਟ ਕਾਲਜ ਲੁਧਿਆਣੇ। ਉੱਥੇ ਪੜ੍ਹੇ ਹੋ ਜੀ? ਹਾਂਜੀ, ਉੱਥੇ ਵਿਮਨ ਕਾਲਜ। BA MA? ਨੋ, ਮੈਂ ਮੈਡੀਕਲ ਦੀ ਸਟੂਡੈਂਟ ਸੀ। ਅੱਛਾ। ਪਰ ਮੇਰੀ ਕਵਿਤਾ ਨੇ ਮੈਨੂੰ ਡਾਕਟਰ ਨਹੀਂ ਬਣਨ ਦਿੱਤਾ। ਅੱਛਾ, ਡਾਕਟਰ ਬਣ ਗਏ ਚਾਹੇ ਹੋਰ ਪਾਸੇ ਬਣ ਗਏ? ਹਾਂ, ਬਣ ਤਾਂ ਗਏ ਨਾ ਜੀ। ਜੀ ਹਾਂਜੀ। ਤਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹੀ ਹਾਂ, ਸਾਰੀ ਦੀ ਸਾਰੀ ਮੇਰੀ ਐਜੂਕੇਸ਼ਨ। MA ਵੀ, MPhil ਵੀ। ਅੱਛਾ ਜੀ। ਤਾਂ ਮੇਰੀ ਜਿਹੜੀ ਪਹਿਲੀ ਜਿਹੜੀ ਅਪਾਇੰਟਮੈਂਟ ਸੀ ਮਹਿੰਦਰਾ ਕਾਲਜ ਪਟਿਆਲਾ, ਵੱਡਾ ਕਾਲਜ, ਬਹੁਤ ਵੱਡਾ ਕਾਲਜ ਹੈ। ਚਾਹੇ ਮੈਂ ਐਡਹੌਕ ਬੇਸਿਸ ਤੇ ਹੀ ਸੀ ਉੱਥੇ, ਬਟ ਮੇਰੇ ਕ੍ਰੈਡਿਟ 'ਚ ਜਾਂਦਾ ਇਹ। ਪਰ ਜਿਹੜਾ ਪਿੰਡ ਦਾ ਪਟਿਆਲਾ ਯੂਨੀਵਰਸਿਟੀ ਪੜ੍ਹਿਆ ਹੈ ਨਾ, ਉਹ ਮੈਂ ਵੀ ਉੱਥੇ ਪੜ੍ਹਿਆ ਹੋਇਆ ਜੀ। ਉਹ ਜਿਹੜਾ ਨਾ ਉੱਥੋਂ ਦਾ ਜਿਹੜਾ ਮਾਹੌਲ ਜਿਹਾ ਨਾ ਬਹੁਤ ਵਧੀਆ, ਵਧੀਆ, ਬਹੁਤ ਵਧੀਆ ਮਾਹੌਲ ਹੈ। ਘਰ ਵਰਗਾ ਮਾਹੌਲ, ਸਾਰੇ ਟੀਚਰਸ ਇੱਦਾਂ ਜਿਵੇਂ ਕਿ ਆਪਣੇ ਹੁੰਦੇ ਆ। ਮਤਲਬ ਯੂਨੀਵਰਸਿਟੀ ਵੀ ਚਲੋ, ਪਰ ਉਹ ਜਿਹੜੀ ਨਾ ਮੈਨੂੰ ਯਾਦ ਆ ਵੀ ਯੂਨੀਵਰਸਿਟੀ ਪੜ੍ਹਦੇ ਜਿਹੜਾ ਉਹ ਸ਼ਹਿਰ ਗੇੜਾ ਮਾਰਨਾ ਨਾ ਜੀ, 22 ਨੰਬਰ ਫਾਟਕ ਤੇ ਜਾਂ ਉਹ ਨਾਰਦਾਨਾ ਚੌਂਕ ਵਾਲਾ ਅਸੀਂ ਗੇੜਾ ਮਾਰਦੇ ਹੁੰਦੇ ਸੀ, ਉਹ ਮੈਨੂੰ ਨਹੀਂ ਭੁੱਲਦਾ ਪਟਿਆਲੇ। ਸਾਡੀ ਜਿਹੜੀ ਕਲਾਸ ਸੀ ਜੀ, ਅਸੀਂ ਮੇਰਾ ਖਿਆਲ ਹੈ ਦੂਸਰਾ ਸੈਸ਼ਨ ਸੀ MPhil ਦਾ। ਅੱਛਾ ਜੀ। ਤਾਂ ਜਿਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਸਾਡੀ ਉਮਰ ਨਾਲ ਅਸੀਂ ਅੰਕਲ ਕਹਿੰਦੇ ਹੁੰਦੇ ਸੀ। ਓਮ ਪ੍ਰਕਾਸ਼ ਗਾਸੋ ਵੀ ਮੇਰਾ ਕਲਾਸ ਫੈਲੋ। ਅੱਛਾ ਜੀ 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 ਜੀ। ਜਸਵੰਤ ਦੀਦ, ਰਣਜੀਤ ਮਾਧੋਪੁਰੀ, ਇਹ ਤੁਹਾਡੇ ਕਲਾਸ ਫੈਲੋ ਆ? ਹਾਂਜੀ। ਇਹ ਤਾਂ ਸਾਡੇ ਵੇਲੇ ਜਦੋਂ ਮੈਂ ਯੂਨੀਵਰਸਿਟੀ ਪੜ੍ਹਿਆ ਉੱਥੇ ਯੂਨੀਵਰਸਿਟੀ, ਹਾਂ, ਇਹ ਤਾਂ ਪੰਜਾਬੀ ਡਿਪਾਰਟਮੈਂਟ 'ਚ ਹੁੰਦੇ ਸੀ ਉਸ ਵੇਲੇ। ਮੈਂ MPhil ਮੇਰੇ ਨਾਲ ਕੀਤੀ ਹੈ ਨਾ। MPhil 'ਚ ਮੈਂ, ਅੱਛਾ, ਤੁਸੀਂ ਥੋੜਾ ਗੈਪ ਪਾ ਲਿਆ ਹੋਣਾ ਨਾ। ਮੇਰਾ ਗੈਪ ਸੀਗਾ ਥੋੜਾ, ਕਿਉਂਕਿ ਸਾਇੰਸ ਪੜ੍ਹਨ ਕਰਕੇ ਫਿਰ ਮੈਂ ਸਕੂਲ ਟੀਚਿੰਗ 'ਚ ਲਈ ਚਲੀ ਗਈ ਫਾਦਰ ਕਰਕੇ। ਸੋ ਇਹ ਬੜਾ ਲੰਬਾ ਇਤਿਹਾਸ ਹੈ, ਆਪਣੇ ਕੋਲ ਸਮਾਂ ਹੀ ਨਹੀਂ ਹੋਣਾ ਉਹਨਾਂ ਦਾ। ਤਾਂ ਖੈਰ, ਤਾਂ ਫਿਰ ਤੁਸੀਂ ਮਹਿੰਦਰਾ ਕਾਲਜ ਤੋਂ? ਮਹਿੰਦਰਾ ਕਾਲਜ ਤੋਂ ਫਿਰ ਮੇਰੀ PPSC 'ਚ ਸਿਲੈਕਸ਼ਨ ਹੋਈ। ਅੱਛਾ ਜੀ। ਫਿਰ ਮੈਂ ਗਵਰਨਮੈਂਟ ਕਾਲਜ ਰੋਪੜ ਮਿਲਿਆ ਮੈਨੂੰ। ਅੱਛਾ, ਰੋਪੜ ਆ ਗਏ। ਹਾਂਜੀ। ਉਸ ਤੋਂ ਬਾਅਦ ਤੁਸੀਂ ਮੋਹਾਲੀ? ਰੋਪੜ ਤੋਂ ਬਾਅਦ ਫਿਰ 84 ਦੇ ਵਿੱਚ ਜਦੋਂ ਹੋਇਆ, ਤੇ 84 ਵਿੱਚ ਹੀ ਜਦੋਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ 11 ਜੂਨ ਨੂੰ ਮੈਂ ਆ ਕੇ ਗਵਰਨਮੈਂਟ ਕਾਲਜ ਮੋਹਾਲੀ, ਜਿਹੜਾ ਪਹਿਲੀ ਵਾਰ ਪੰਜਾਬ ਦਾ ਪਹਿਲਾ ਕਾਲਜ ਸੀ ਜਿਹੜਾ ਨਵਾਂ ਖੋਲ੍ਹਿਆ ਗਿਆ ਸੀ, ਜਿਹਦਾ ਟੇਕਅਪ ਕਰਦੇ ਸੀਗੇ। ਹਾਂਜੀ 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 ਹਾਂਜੀ। ਸੋ ਇਸ ਕਾਲਜ ਦੀ ਆਪਣੀ ਕਥਾ ਹੈ। ਮੈਂ ਉਸ ਦੀ ਫਾਊਂਡਰ ਲੈਕਚਰਰ ਹੈਗੀ ਹਾਂ। ਜੀ 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 ਜੀ। ਤਾਂ ਸੋ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਜਿਵੇਂ ਡਾਕਟਰ ਬਣਨਾ ਚਾਹੁੰਦੇ ਸੀਗੇ, ਹਨਾ, ਤੇ ਪਰ ਤੁਸੀਂ ਪੰਜਾਬੀ ਵੀ ਨਹੀਂ ਤੁਹਾਨੂੰ ਬਹੁਤੀ ਆਉਂਦੀ ਸੀ ਕਹਿੰਦੇ ਹੋ, ਹਨਾ, ਜਿਵੇਂ, ਹਨਾ? ਨਹੀਂ, ਘਰ ਬੋਲਦੇ ਸੀ ਪੰਜਾਬੀ, ਲੇਕਿਨ ਉਸ ਤਰ੍ਹਾਂ ਨਹੀਂ ਆਉਂਦੀ ਸੀਗੀ। ਕਮਾਂਡ ਚਾਹੀਦੀ ਹੈ, ਹਨਾ। ਲੇਕਿਨ ਦੇਖੋ, ਕਹਿੰਦੇ ਹੁੰਦੇ ਨੇ ਵੀ ਸ਼ੌਕ ਜਿਹੜੀ ਨੇਚਾ ਉਹ ਬੜੀ ਵੱਡੀ ਹੈ। ਘਰ ਵਿੱਚ ਮੇਰੇ ਪਿਤਾ ਦਾ, ਮੇਰੇ ਮਾਤਾ ਦਾ, ਜੋ ਕਿ ਇੱਕ ਮੈਂ ਪਹਿਲਾ ਪਲੇਠੀ ਦਾ ਬੱਚਾ ਸੀ ਨਾਨਕੇ ਪਰਿਵਾਰ 'ਚ, ਮਾਂ ਤੋਂ ਬਾਅਦ ਸੀ। ਤਾਂ ਮੇਰਾ ਲੜਿੱਕਾ ਹੋਣਾ, ਮੇਰੇ ਵੱਲ ਧਿਆਨ ਦੇਣਾ, ਇਹ ਬਹੁਤ ਵੱਡੀ ਗੱਲ ਸੀ। ਫਿਰ ਤੁਸੀਂ ਕਵਿਤਾ ਲਿਖਣ ਵਾਲਾ ਕਿਵੇਂ ਤੁਰ ਪਏ? ਮੈਨੂੰ ਨਹੀਂ ਪਤਾ ਮੈਂ ਕਦੋਂ ਤੋਂ ਕਵਿਤਾ ਲਿਖਦੀ ਹਾਂ। ਅੱਛਾ। ਮੈਂ 7ਵੀਂ ਜਮਾਤ 'ਚ ਪੜ੍ਹਦਿਆਂ ਮੈਂ ਛਪ ਗਈ ਸੀ। ਅੱਛਾ ਜੀ। ਮੇਰੇ ਟੀਚਰ, ਤੁਸੀਂ ਸ਼ਾਇਦ ਨਾਂ ਸੁਣਿਆ ਹੋਵੇ, ਗਿਆਨੀ ਭਾਗ ਸਿੰਘ ਭਾਈ ਰੂਪੇ ਤੋਂ। ਜੀ ਜੀ। ਠੀਕ ਹੈ। ਉਹ ਮੇਰੇ ਪੰਜਾਬੀ ਦੇ ਅਧਿਆਪਕ ਸੀ ਜੀ, ਜਿਨ੍ਹਾਂ ਨੇ ਮੇਰੇ ਅੰਦਰ ਮੇਰੀ ਲੇਖਣੀ ਨੂੰ ਦੇਖਿਆ। ਅੱਛਾ ਜੀ। ਜਿਨ੍ਹਾਂ ਨੇ ਮੇਰੇ ਕੋਲੋਂ ਇੱਕ ਲੇਖ ਸੀਗਾ, ਕਿਉਂਕਿ ਮੈਂ ਸ਼ਾਇਦ ਤੁਹਾਡੇ ਵੇਲੇ ਵੀ ਉੱਦਾਂ ਦਾ ਹੋਵੇ ਕਿ ਜੰਗਾਂ ਯੁੱਧਾਂ ਵਾਲਾ ਹੀ ਹਾਲਾਤ ਸੀਗੇ। 62 'ਚ ਪਾਕਿਸਤਾਨ ਦੀ ਹੋ ਗਈ, 75 'ਚ ਪਾਕਿਸਤਾਨ ਲੜਾਈ ਹੋ ਗਈ, 62 'ਚ ਚੀਨ ਦੀ ਹੋ ਗਈ, ਹੈ ਨਾ, 65 'ਚ ਪਾਕਿਸਤਾਨ ਨੇ ਕਰਤੀ, 72 'ਚ ਫਿਰ। ਸੋ ਇਹਨਾਂ ਇਲਾਕਿਆਂ 'ਚ ਉੱਥੇ ਮੁਹੱਬਤ ਦੀਆਂ ਗੱਲਾਂ ਨਹੀਂ ਸੀ ਹੁੰਦੀਆਂ। ਸੋ ਅਸੀਂ ਜਿਹੜੀ ਸ਼ਾਇਰੀ ਜਿਹੜੀ ਪੜ੍ਹਦੇ ਸੀ, ਮੈਂ ਡੇਲੀ ਆਪਣੀ ਅਸੈਂਬਲੀ 'ਚ ਇੱਕ ਨੈਸ਼ਨਲ ਗੀਤ ਗਾਇਆ ਕਰਦੀ ਸੀ। ਅੱਛਾ ਜੀ। ਮੇਰੇ ਮਾਤਾ ਪਿਤਾ ਦੋਨੋਂ ਤਿਆਰ ਕਰਾਉਂਦੇ ਸੀਗੇ। ਤਾਂ ਇਹ ਇੱਕ ਮੇਰੇ ਕਲਾਸ ਫੈਲੋ ਜਾਣਦੇ ਹੋਣਗੇ ਬੜੀ ਚੰਗੀ ਤਰ੍ਹਾਂ ਨਾਲ ਕਿ ਵੀ ਮੈਂ ਲਗਾਤਾਰ ਨਵਾਂ ਗੀਤ ਇੱਕ ਸੁਣਾਉਂਦੀ ਹੁੰਦੀ ਸੀ। ਇਹ ਮੇਰੇ ਮਾਂ-ਬਾਪ ਤਿਆਰ ਕਰਾਉਂਦੇ ਸੀ। ਹੁਣ ਤੱਕ ਤੁਹਾਡੀ ਕਿੰਨੀਆਂ ਪੁਸਤਕਾਂ ਛਪ ਗਈਆਂ ਜੀ? 9 ਮੇਰੀਆਂ ਕਵਿਤਾ ਦੀਆਂ ਨੇ। ਅੱਛਾ ਜੀ। ਇੱਕ ਮੇਰੀ ਵਾਰਤਕ ਦੀ ਹੈ, 2 ਮੇਰੀਆਂ ਆਲੋਚਨਾ ਦੀਆਂ ਨੇ, ਲੇਖ ਨੇ, ਆਪਣੇ ਜਿਹੜੀਆਂ ਸਵੈ ਜੀਵਨੀ ਨੁਮਾ ਨੇ, ਲੋਕਾਂ ਦੇ ਇੰਟਰਵਿਊਜ਼ ਨੇ। ਅੱਛਾ ਜੀ। ਔਰ ਮੈਂ ਕੋਈ
20 ਕੁ ਕਿਤਾਬਾਂ ਹੋਣਗੀਆਂ ਜਿਹੜੀਆਂ ਮੈਂ ਟਰਾਂਸਲੇਟ ਕੀਤੀਆਂ ਨੇ ਬਾਹਰਲੀਆਂ ਜ਼ੁਬਾਨਾਂ ਤੋਂ। ਸਾਹਿਤ ਅਕੈਡਮੀ ਦਿੱਲੀ ਲਈ, ਨੈਸ਼ਨਲ ਬੁੱਕ ਟਰਸਟ ਇੰਡੀਆ ਲਈ, ਤੇ ਕੁਝ ਆਪਣੇ ਕੁਝ ਪਬਲਿਸ਼ਰਸ ਲਈ ਵੀ ਮੈਂ ਟਰਾਂਸਲੇਟ ਕੀਤੀਆਂ ਨੇ। ਜਿੰਨੇ ਕਿ ਤੁਸੀਂ ਕਿਤਾਬਾਂ ਹੁਣ ਤੁਸੀਂ ਗੱਲਾਂ ਕੀਤੀਆਂ, ਇਹ 'ਚੋਂ ਨਾ ਕਈ ਗੱਲਾਂ ਮੇਰੇ ਸਵਾਲ ਜੀ, ਕਈ ਵਾਰੀ ਗੱਲ ਕਰਦਾ ਤੁਹਾਡੀ ਗੱਲ 'ਚੋਂ ਮੁਹੱਬਤ ਸ਼ਬਦ ਬਾਹਰ ਕੱਢ ਲਾਂ, ਮੇਰਾ ਦਿਲ ਇਹ ਵੀ ਕਰਦਾ, ਪਰ ਮੈਨੂੰ ਜਿਹੜਾ ਗੱਲ ਲੱਗਦਾ ਹੋਰ ਲੱਗਦੀ ਹੈ ਕਿ ਤੁਸੀਂ ਜਿੰਨੀਆਂ ਕਿਤਾਬਾਂ ਲਿਖੀਆਂ ਇਹ ਸਭ ਨਾਲ ਇੱਕ ਜਿਵੇਂ ਸ਼੍ਰੋਮਣੀ ਕਵਿੱਤਰੀ, ਸ਼੍ਰੋਮਣੀ ਲੇਖਕ, ਸ਼੍ਰੋਮਣੀ ਸਾਹਿਤਕਾਰ, ਕੋਈ ਅਜਿਹਾ ਤੁਹਾਡਾ ਨਾਮ ਵੀ ਤੁਹਾਡਾ ਪੱਲੇ ਪਿਆ ਕੋਈ? ਦੇਖੋ ਗੱਲ ਇਹ ਹੈ, ਮੈਂ ਕਹਿੰਦੀ ਹੁੰਦੀ ਹਾਂ ਵੀ ਮੈਂ ਸ਼ਾਇਦ ਮੈਂ ਉਹਨਾਂ 'ਚ ਹੈ ਨਹੀਂ। ਇਨਾਮ ਤਾਂ ਮੈਨੂੰ ਮਿਲਿਆ। ਅੱਛਾ ਜੀ। ਹੁਣ ਇਨਾਮ ਅਨਾਊਂਸ ਹੋਇਆ, 16 ਦਾ ਇਨਾਮ ਦੇ ਦਿੱਤਾ। ਅੱਛਾ ਜੀ। ਤਾਂ ਹੁਣ ਜੇ ਮੈਂ ਕਹਾਂ ਵੀ ਇਹ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ, ਹੁਣ ਇਨਾਮ ਮਿਲ ਗਿਆ, ਠੀਕ ਹੈ, ਪੈਸੇ ਨੇ 5 ਲੱਖ ਰੁਪਈਆ ਆ ਜਾਊਗਾ। ਅੱਛਾ। ਸੋ ਇਹਨਾਂ 'ਚ ਇਨਾਮ ਲੈਣ ਵਾਲੀਆਂ ਸੂਰਤਾਂ, ਹਾਲਾਤ ਹੋਰ ਹੁੰਦੇ ਨੇ। ਤੋ ਮੇਰੇ ਵਰਗੇ ਨੂੰ ਇਨਾਮ ਕੌਣ ਦੇਗਾ? ਨਹੀਂ, ਪਰ ਤੁਸੀਂ ਮੇਰੇ ਵਰਗੇ ਨੂੰ ਅਰ ਪਛੜ ਕੇ ਇਨਾਮ, ਇਹਦਾ ਕੀ ਤੁਸੀਂ ਕੀ ਸੋਚਦੇ ਹੋ ਵੀ ਕਿਉਂ ਇਦਾਂ ਹੁੰਦੀ ਆ? ਕਈ ਬਹੁਤ ਪਹਿਲਾਂ ਲੈ ਜਾਂਦੇ ਆ। ਦੇਖੋ ਗੱਲ ਇਹ ਹੈ, ਇਹ ਤੂੰ ਮੇਰਾ ਹਾਜੀ ਬਗੋ ਮੈਂ ਤੇਰਾ ਹਾਜੀ ਬਗੋਇਮ ਲੈ ਦੇ ਦੀਆਂ ਕਹਾਣੀਆਂ ਨੇ ਸਾਰੀਆਂ ਹੀ। ਠੀਕ ਹੈ। ਕੋਈ ਕਹਿੰਦੇ ਮੇਰਾ ਇੱਕ ਸ਼ੇਅਰ ਹੈ ਜੀ। ਅੱਛਾ ਜੀ। ਕਿ ਗੈਰਾਂ ਦੇ ਆ ਮੋਢਿਆਂ ਦਾ ਆਸਰਾ ਨਾ ਲੋੜੀਏ। ਅੱਛਾ ਜੀ। ਆਪਣੇ ਭਰੋਸੇ ਵਿੱਚ ਕਾਂਜੀ ਕਾਹਨੂੰ ਘੋਲੀਏ। ਸੋ ਕਾਂਜੀ ਘੋਲ ਕੇ ਜਿਹੜੇ ਨੇ ਇਨਾਮ ਲੈ ਜਾਂਦੇ ਨੇ। ਅੱਛਾ ਜੀ। ਵੱਡੇ ਨਾਵਾਂ ਦੇ ਸਾਡੀਆਂ ਬਹੁਤ ਸਾਰੀਆਂ ਔਰਤਾਂ ਵੱਡੇ ਨਾਵਾਂ ਦੇ ਨਾਲ ਮੋਢਿਆਂ ਦੇ ਨਾਲ ਜੁੜੀਆਂ ਆ। ਅੱਛਾ ਜੀ। ਬਹੁਤ ਸਾਰੇ ਲੋਕ ਸਾਡੇ ਸਾਹਿਤਕਾਰ ਜਿਹੜੇ ਨੇ, ਉਹ ਮੈਂ ਤਾਂ ਉਹਨਾਂ ਨੂੰ ਝਾੜੂ ਪੋਚਾ ਹੀ ਕਰਨਾ ਕਹਿੰਦੀ ਹੁੰਦੀ ਆ। ਅੱਛਾ। ਚਾਪਲੂਸੀਆਂ ਕਰਨੀਆਂ ਕਰਨੀਆਂ। ਸੋ ਮਨਜੀਤ ਇੰਦਰਾ ਤੋਂ ਤਾਂ ਹੁੰਦੀਆਂ ਨਹੀਂ। ਠੀਕ ਹੈ। ਤਾਂ ਮੈਂ ਧੰਨਵਾਦੀ ਹਾਂ ਉਹਨਾਂ ਦੀ, ਉਹਨਾਂ ਦੇਣ ਵਾਲਿਆਂ ਦੀ, ਕਿ ਮੈਨੂੰ ਇਗਨੋਰ ਨਹੀਂ ਕਰ ਸਕੇ ਜਾਂ ਤੁਹਾਡੇ ਕੰਮ ਨੂੰ ਉਹਨਾਂ ਨੇ ਮੇਰੇ ਕੰਮ ਦਾ ਮੁੱਲ ਪਾਉਣਾ ਪੈ ਗਿਆ, ਪਾਉਣਾ ਪਾਇਆ। ਸੋ ਇਹ ਇੰਨੀ ਕੁ ਗੱਲ ਹੈ। ਥੋੜੀ ਜਿਹੀ ਗੱਲ ਮੈਨੂੰ ਥੋੜੀ ਜਿਹੀ ਜਿਹੜੀ ਮੋਢੇ ਜੋੜਨੇ, ਝਾੜੂ ਪੁੱਛ ਮੋਢੇ ਜੋੜਨੇ, ਥੋੜੇ ਮੈਨੂੰ ਸਪਸ਼ਟ ਹੋਰ ਕਰ ਦਿਓ। ਮੈਨੂੰ ਗੱਲ ਵਧੀਆ ਲੱਗੀ ਪਰ ਸਮਝ ਨਹੀਂ ਲੱਗੀ। ਦੇਖੋ ਮੋਢਾ ਕੀ ਹੈ ਕਿ ਵੀ ਵੱਡੇ ਨਾਵਾਂ ਦੇ ਨਾਲ ਔਰਤਾਂ ਜੁੜਦੀਆਂ ਨੇ। ਅੱਛਾ। ਉਹਨੂੰ ਮੁਹੱਬਤ ਦਾ ਨਾਂ ਲੈ ਲਓ, ਉਹਨੂੰ ਇਸ਼ਕ ਦਾ ਨਾਂ ਲੈ ਦਿਓ। ਪਿਓ ਤਾਂ ਕੋਈ ਨਹੀਂ ਬਣਾਉਂਦੀਆਂ, ਭਰਾ ਕੋਈ ਨਹੀਂ ਬਣਦਾ। ਅੱਛਾ। ਨਾ ਬਣਦਾ ਨਾ ਬਣਾਉਂਦੀਆਂ ਨੇ। ਤੁਸੀਂ ਥੋੜਾ ਜਿਹਾ ਆਪਣੀ ਮਤਲਬ ਕਿ ਮੈਂ ਕਿਵੇਂ ਕਹਾਂ, ਮਨਜੀਤ ਇੰਦਰਾ ਨੂੰ ਵੀ ਮੁਹੱਬਤ ਨਾਲੋਂ ਪਾਸੇ ਕਰਕੇ ਨਹੀਂ ਦੇਖਿਆ ਸਕਦਾ। ਨਹੀਂ, ਰੱਖਣਾ ਵੀ ਨਹੀਂ ਚਾਹੀਦਾ, ਹਨਾ? ਥੋੜੀ ਜਿਹੀ ਆਪਣੀ ਮੁਹੱਬਤ ਬਾਰੇ ਜੇ ਤੁਸੀਂ। ਨਹੀਂ, ਮੇਰੀ ਮੁਹੱਬਤ ਤਾਂ ਜਗ ਜ਼ਾਹਰ ਹੈ। ਨਹੀਂ, ਮੈਨੂੰ ਨਹੀਂ। ਦੇਖੋ ਮੈਂ ਮੁਹੱਬਤ ਕੀਤੀ, ਮੁਹੱਬਤ ਤੋਂ ਬਿਨਾਂ ਬੰਦਾ ਅਧੂਰਾ ਹੈ। ਅੱਛਾ। ਮੁਹੱਬਤ ਦੇ ਅਰਥ ਇੱਕ ਨਹੀਂ ਹੁੰਦੇ। ਹਾਂਜੀ। ਮੁਹੱਬਤ, ਪਿਆਰ ਤੇ ਮੋਹ, ਇਹ ਮੈਂ ਜੇ ਕਹਾਂ ਕਿ ਮੈਂ ਆਪਣੇ ਪਿਓ ਨੂੰ ਬੜੀ ਮੁਹੱਬਤ ਕਰਦੀ ਸੀ, ਉਹਦੀ ਆਪਣੀ ਵੰਨਗੀ ਹੈ। ਬਿਲਕੁਲ। ਮੈਂ ਆਪਣੀ ਮਾਂ ਨੂੰ ਬੜਾ ਪਿਆਰ ਕਰਦੀ ਸੀ, ਮੁਹੱਬਤ ਕਰਦੀ ਸੀ, ਆਪਣੀ ਹੈ। ਮੇਰਾ ਆਪਣਾ ਭਰਾ ਹੈ, ਮੇਰਾ ਛੋਟਾ ਭਰਾ ਹੈ 16 ਸਾਲ ਛੋਟਾ, ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ। ਉਹ ਓਂਕਾਰ ਨੂੰ ਉਹ ਵੱਖਰੀ ਮਮਤਾ ਹੈ। ਲੇਕਿਨ ਜਿਹੜੀ ਤੁਸੀਂ ਆਪੋਜ਼ਿਟ ਸੈਕਸ ਦੇ ਨਾਲ ਮੁਹੱਬਤ ਕਰਦੇ ਹੋ, ਉਹ ਮੁਹੱਬਤ ਹੁੰਦੀ ਹੈ ਜਿਹਦੇ ਅਰਥ ਇਹ ਨਹੀਂ ਹੁੰਦੇ ਕਿ ਤੁਸੀਂ ਕੋਈ ਜਿਸਮ ਨਹੀਂ ਹੁੰਦਾ ਉਹਦੇ 'ਚ। ਅੱਛਾ ਜੀ। ਜਿੰਨਾ ਚਿਰ ਤੁਹਾਡਾ ਆਪਣਾ ਟੋਟਲ ਤੁਸੀਂ ਇਨਵੋਲਵ ਨਹੀਂ ਹੁੰਦੇ, ਤੁਹਾਡਾ ਮਨ ਮਸਤਕ ਇਨਵੋਲਵ ਨਹੀਂ ਹੁੰਦਾ, ਜਿਹੜਾ ਕਿ ਨਹੀਂ ਹੁੰਦਾ, ਸਹਿਜੇ ਕਿਤੇ ਨਹੀਂ ਹੁੰਦਾ ਕਿ ਜਿਹੜੀਆਂ ਸਿਰਫ ਤੇ ਸਿਰਫ ਤੁਹਾਡੀ ਖਿੱਚ ਹੁੰਦੀ ਹੈ। ਜੀ। ਮੈਂ ਇੱਥੇ ਤੁਹਾਨੂੰ ਇੱਕ ਗੱਲ, ਮੇਰਾ ਖਿਆਲ ਹੈ ਕੁਥਾ ਨਹੀਂ ਹੋਊਗੀ, ਮੈਂ ਆਪਣੇ ਪਿਤਾ ਨਾਲ, ਮੈਂ ਅੱਜ ਜੋ ਵੀ ਹਾਂ ਉਹਦੇ 'ਚ ਮੇਰੇ ਪਿਤਾ ਦਾ ਬੜਾ ਹੱਥ ਯੋਗਦਾਨ ਹੈ। ਠੀਕ ਹੈ ਜੀ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੰਨ ਲਓ ਮੂਲ ਧਨ 100 ਹੁੰਦਾ ਹੈ ਤੇ ਮੰਨ ਲਓ ਮੁਹੱਬਤ ਮਹਿਬੂਬ ਇੱਕ ਹੋ ਸਕਦਾ। ਮੇਰੀ ਮਾਂ ਬਹੁਤ ਰਿਲੀਜੀਅਸ ਸੀ, ਬਹੁਤ ਪੜ੍ਹੀ ਲਿਖੀ ਸੀ, ਐਮਏ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਫਿਰ ਇੱਕ ਕਲਾ ਦੀ, ਮਿਊਜ਼ਿਕ ਦੀ, ਤੇ ਮੇਰੀ ਮਾਂ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੇ ਫਾਦਰ ਕਹਿੰਦੇ ਚੁੱਪ। ਕਹਿੰਦੇ ਹਾਂ ਕੀ ਕਹਿੰਦੀ ਸੀ? ਮੈਂ ਕਿਹਾ ਜੀ ਜੇ ਆਪਾਂ ਕਹਿੰਦੇ ਹਾਂ ਮੰਨ ਲਓ ਮੁਹੱਬਤ ਨਾ ਮੂਲ ਧਨ 100 ਹੁੰਦਾ ਤੇ ਮਹਿਬੂਬ ਇੱਕ ਹੁੰਦਾ। ਮੇਰੇ ਪਿਤਾ ਥੋੜੀ ਦੇਰ ਚੁੱਪ ਰਹੇ, ਕਹਿੰਦੇ ਹਾਂ ਇੱਕ, ਸਿਰਫ ਇੱਕ ਹੋ ਸਕਦਾ। ਸੋ ਉੱਥੋਂ ਮੈਂ ਤੁਰੀ ਹੋਈ। ਇਹ ਮੇਰਾ ਖਿਆਲ ਹੈ
10ਵੀਂ 11ਵੀਂ ਦੀ ਗੱਲ ਹੋਣੀ ਹੈ ਇਹ, ਤੇ ਜਦੋਂ ਉਦੋਂ ਸ਼ਾਇਦ ਮੁਹੱਬਤ ਦੇ ਅਰਥਾਂ ਦਾ ਨਹੀਂ ਪਤਾ ਹੋਊਗਾ, ਕਿਉਂਕਿ ਅਮਰਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਮੈਂ ਪੜ੍ਹਦੀ ਸੀ। ਮੁਹੱਬਤ ਕੀ ਹੈ, ਉਹ ਇੱਕ ਅਜੀਬ ਕਿਸਮ ਦਾ ਖੜਾ ਹੁੰਦਾ ਸੀ ਵੀ ਮੁਹੱਬਤ ਕਰਨ ਵਾਲੇ ਕਿੰਨੇ ਚੰਗੇ ਹੋਣਗੇ, ਜਿਹਨੂੰ ਜਿਸ ਨਾਲ ਮੁਹੱਬਤ ਹੋਏਗੀ। ਮੈਨੂੰ ਜਦੋਂ ਮੁਹੱਬਤ ਹੋਈ ਹੈ ਤੇ ਉਹ ਮੇਰਾ ਖਿਆਲ ਹੈ ਕਿ ਵੀ ਬੜੀ ਸ਼ਿੱਦਤ ਨਾਲ ਮੈਂ ਮੁਹੱਬਤ ਕੀਤੀ, ਮੈਂ ਕੀਤੀ ਹੈ। ਅੱਛਾ। ਬੜੀ ਸ਼ਿੱਦਤ ਨਾਲ ਕੀਤੀ ਹੈ। ਅੱਛਾ। ਮੈਂ ਮੁਹੱਬਤ ਦੇ ਦਰਿਆ 'ਚ ਨਹਾਤੀ ਹਾਂ। ਓਹੋ, ਅੱਛਾ। ਹੈ, ਔਰ ਜੇ ਤੁਸੀਂ ਇਹ ਜਿਹਾ ਖੁਸ਼ਕਿਸਮਤ ਬੰਦੇ ਦਾ ਨਾਮ ਵੀ ਦੱਸ ਦਿਓ। ਉਹਦੇ ਨਾਲ ਮੈਂ ਸ਼ਾਦੀ ਵੀ ਕੀਤੀ। ਅੱਛਾ। ਕਿਰਪਾਲ ਸਿੰਘ ਕਸੇਲ ਹੋਣਾ ਦਾ ਬੇਟਾ। ਹਾਂਜੀ। ਤੇਜਵੀਰ ਕਸੇਲ। ਹਾਂਜੀ ਹਾਂਜੀ। ਕਿਸਮਤ ਦੀਆਂ ਗੱਲਾਂ ਨੇ ਇਹ, ਹੋਣੀ ਦੀਆਂ ਹਰਕਤਾਂ ਨੇ। ਤੁਹਾਨੂੰ ਇੱਕ ਗੱਲ ਵਿੱਚ ਸੌਰੀ ਟੋਕ ਦਿੰਦਾ, ਤੁਸੀਂ ਕਹਿੰਦੇ ਹੋ ਕਿ ਮੈਂ ਇਸ਼ਕ ਮੁਹੱਬਤ ਸਭ ਕੁਝ ਕੀਤਾ, ਨਹਾਈ ਆ ਸਮੁੰਦਰ ਵਿੱਚ, ਪਰ ਤੁਸੀਂ ਕਿਤੇ ਕਿਹਾ ਸੀਗਾ ਕਿ ਇਸ਼ਕ ਮੁਹੱਬਤ ਸਿਰਫ ਕਿਤਾਬਾਂ 'ਚ ਹੀ ਹੁੰਦੀ ਆ, ਇਹ ਦੋਨਾਂ ਦਾ ਵਖਰੇਵਾਂ ਕੀ ਆ? ਦੇਖੋ, ਇਹ ਜਦੋਂ ਜਿਹੜੇ ਇੰਟਰਵਿਊ ਲੈਂਦੇ ਨੇ ਉਹਨਾਂ ਨੇ ਆਪਣੀ ਲਾਈਨ ਲਿਖ ਕੇ ਉਹਨਾਂ ਨੂੰ ਉਹ ਵੇਚਣਾ ਵੀ ਹੁੰਦਾ ਆ। ਅੱਛਾ ਅੱਛਾ, ਮੈਂ ਸਮਝ ਗਿਆ ਗੱਲ, ਠੀਕ ਆ। ਉਹਨੂੰ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਤੁਸੀਂ ਉਸ ਨੂੰ ਲੋਕਾਂ ਨੂੰ ਖਿੱਚ ਪਾਉਣ ਵਾਸਤੇ ਤੁਸੀਂ ਕੁਝ ਵੀ ਹੈਡਿੰਗ ਦੇ ਦਿਓ ਤੇ ਮੇਰਾ ਤਾਂ ਕੋਈ ਜ਼ੋਰ ਨਹੀਂ ਚੱਲੂਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਇਹ ਕਿਤਾਬਾਂ 'ਚ ਨਹੀਂ ਹੁੰਦੀ, ਇਹ ਦਿਲ 'ਚ ਹੁੰਦੀ ਹੈ। ਇਹ ਜਿਹੜੀ ਇਸ਼ਕ ਮੁਹੱਬਤ, ਹਾਂ ਆਪਾਂ ਇੱਦਾਂ ਲੈ ਸਕਦੇ ਆ ਜਿਵੇਂ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦਿੱਖ ਹੈ, ਦਿੱਖ ਤੋਂ ਉਹ ਜਿਹੜੇ ਮੈਂ ਤੁਹਾਨੂੰ ਦੱਸਦੀ, ਮੈਂ ਆਪਣੇ ਫਾਦਰ ਨੂੰ ਜਿਸ ਲਈ ਕਿਹਾ, ਮੇਰੇ ਫਾਦਰ ਕੋਲ ਇੱਕ ਮੁੰਡਾ ਆਉਂਦਾ ਹੁੰਦਾ ਸੀਗਾ, ਕਲਰਕ ਉਹਨਾਂ ਦਾ। ਜੀ ਜੀ ਜੀ। ਅੱਛਾ, ਬੜਾ ਹੈਂਡਸਮ ਸੀ। ਆਈ ਲਵ ਯੂ। ਬੜਾ ਹੈਂਡਸਮ ਸੀ, ਬੜਾ ਹੀ ਹੈਂਡਸਮ ਸੀ। ਮੈਂ ਆਪਣੇ ਫਾਦਰ ਨੂੰ ਕਿਹਾ, ਮੈਂ ਕਿਹਾ ਬਾ, ਦ ਬॉय ਹੂ ਕਮਸ ਟੂ ਯੂ ਡੇਲੀ ਆਈ ਲਵ ਹਿਮ। ਮੇਰੀ ਮਾਂ ਦਾ ਗਰਮ ਹੋਣਾ ਨੈਚੁਰਲੀ ਸੁਭਾਵਕ ਸੀ। ਕਹਿੰਦੇ ਹਾਂ, ਫਿਰ ਬੋਲ। ਮੈਂ ਕਿਹਾ ਦ ਬॉय ਹੂ ਕਮਸ ਡੇਲੀ ਟੂ ਯੂ ਆਈ ਲਵ ਹਿਮ। ਮੇਰੇ ਫਾਦਰ ਕਹਿੰਦੇ ਐਵਰ ਯੂ ਟਾਕ ਟੂ ਹਿਮ? ਨੋ, ਹੀ ਟਾਕਸ ਟੂ ਯੂ। ਯੂ ਜਸਟ ਨੋ ਹਿਮ? ਨੋ ਨੋ ਨੋ, ਹੀ ਨੋਜ਼ ਯੂ। ਮੈਨੂੰ ਕਹਿੰਦੇ ਮੇਰੇ ਬੱਚੇ, ਸੋਹਣਿਆ ਪਤੰਦਰ, ਦੈਟ ਇਜ਼ ਇਨਫੈਚੁਏਸ਼ਨ। ਬਿਲਕੁਲ ਠੀਕ ਹੈ। ਇਨਫੈਚੁਏਸ਼ਨ ਦੇ ਉਹਨਾਂ ਨੇ ਮੈਨੂੰ ਸਪੈਲਿੰਗ ਦੱਸੇ, ਇਨਫੈਚੁਏਸ਼ਨ ਦੇ ਅਰਥ ਦੱਸੇ ਵੀ ਭਾਈ ਇਹ ਖਿੱਚ ਹੈ, ਇੱਕ ਲਗਾਓ ਹੈ, ਮੁਹੱਬਤ ਉਹ ਹੈ। ਕਹਿੰਦੇ ਤੂੰ ਮੈਨੂੰ ਕਰਦੀ ਆ, ਮੈਂ ਤੈਨੂੰ ਸਮਝਦਾ। ਮੁਹੱਬਤ ਉਹ ਹੈ ਜਿਹੜੀ ਤੁਹਾਨੂੰ ਵੀ ਪਤਾ ਹੈ, ਅਗਲੇ ਨੂੰ ਵੀ ਪਤਾ ਹੈ। ਸੋ ਹਾਂ, ਇਹਦੇ 'ਚ ਇਹ ਹੋਇਆ ਕਿ ਉਹ ਜਿਹੜਾ ਮੁੰਡਾ ਸੀ ਅਗਲੇ ਦਿਨ ਤੋਂ ਆਉਣਾ ਬੰਦ ਹੋ ਗਿਆ, ਇੱਥਾਂ ਤੱਕ ਬਜ਼ੁਰਗ ਹੋਣੇ ਸ਼ੁਰੂ ਹੋ ਗਏ। ਸੋਹਣਿਆ ਪਤੰਦਰ, ਪਤਾ ਨਹੀਂ ਸੋਹਣਾ ਤਾਂ ਪਤੰਦਰਾ ਤੋਂ ਖਾਸ ਕੋਈ ਨਾ, ਤੇਰੀ ਮਿੱਠੀਆਂ ਗੱਲਾਂ ਦੀ ਪੱਟੀ ਹੋਈ ਆ, ਤੁਸੀਂ ਤਾਂ ਮਿੱਠੀਆਂ ਗੱਲਾਂ ਦੇਖ ਕੇ ਪੱਟੇ ਗਏ। ਅੱਛਾ, ਇੱਕ ਮਿੰਟ ਦੱਸਿਓ, ਤੁਸੀਂ ਪ੍ਰੋਫੈਸਰ ਮੋਹਨ ਦਾ ਜ਼ਿਕਰ ਕੀਤਾ ਹੈ ਨਾ, ਉਹਨਾਂ ਦਾ ਤੁਹਾਡੇ ਸਿਰ ਤੇ ਹੱਥ ਕਿਸ ਤਰ੍ਹਾਂ ਦਾ, ਕਿਵੇਂ ਦਾ? ਮੈਂ ਤੁਹਾਡੇ ਨਾਲ ਪਹਿਲਾਂ ਜਦੋਂ ਆਪਾਂ ਇੰਟਰਵਿਊ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੈਂ ਡਾਕਟਰ MS ਰੰਧਾਵਾ ਦੀ ਬਹੁਤ ਰਿਣੀ ਆ। ਜੀ ਜੀ। ਜਿਨ੍ਹਾਂ ਨੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨਾਲ ਮਿਲਾਇਆ। ਜੀ। ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੂੰ ਮੈਂ ਚਿੱਠੀ ਲਿਖੀ, ਹਾਂਜੀ, ਵੀ ਮੇਰੀ ਕਿਤਾਬ ਦਾ ਮੁੱਖਬੰਧ ਲਿਖੋ। ਜੀ ਜੀ ਜੀ। ਉਹਨਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਈ ਹੈ ਕਿ ਤੂੰ ਕਵਿਤਾ ਲਿਖਦੇ ਹੋ, ਪਰ ਕਵਿਤਾ ਦਾ ਮਾਹਰ ਪ੍ਰੋਫੈਸਰ ਮੋਹਨ ਸਿੰਘ ਇਸ ਯੂਨੀਵਰਸਿਟੀ 'ਚ ਹੈ। ਹੇਠਾਂ ਉਹਨਾਂ ਨੇ ਉਹਦਾ ਐਡਰੈਸ ਲਿਖਿਆ, ਕਹਿੰਦੇ ਇਹਨਾਂ ਨੂੰ ਮਿਲੋ, ਮੈਂ ਵੀ ਕਹਾਂਗਾ ਜੇ ਫਿਰ ਵੀ ਲੋੜ ਹੋਈ ਤਾਂ ਮੈਂ ਮੁੱਖਬੰਧ ਲਿਖਾਂਗਾ। ਇਹ ਬਹੁਤ ਵੱਡੀ ਗੱਲ ਸੀ। ਮੈਂ ਬਲਮੈਤ ਜੀ ਇੱਥੇ ਇੱਕ ਗੱਲ ਕਹਿੰਦੀ ਆ, ਅੱਜ ਕੋਈ ਵੀ ਕੁੜੀ ਕਿਸੇ ਬਿਊਰੋਕਰੇਟ ਨੂੰ ਚਿੱਠੀ ਲਿਖੇ ਤੇ ਉਹ ਕਹੂਗਾ ਵੀ ਨਹੀਂ, ਜਵਾਬ ਤਾਂ ਦੇਣੇ, ਉਹ ਕਹੂਗਾ ਆ ਬਈ ਬਿਲਕੁਲ ਠੀਕ ਹੈ, ਮੁੱਖਬੰਧ ਮੈਂ ਲਿਖੂੰ, ਕਮਾਲ ਹੋ ਗਈ, ਮੈਂ ਨਹੀਂ ਲਿਖੂ, ਭਾਵੇਂ ਉਹਨੂੰ ਊੜਾ ਐੜਾ ਨਾ ਆਉਂਦਾ ਹੋਵੇ ਕਵਿਤਾ ਦਾ। ਠੀਕ ਹੈ। ਸੋ ਪ੍ਰੋਫੈਸਰ ਮੋਹਨ ਸਿੰਘ ਨੂੰ ਮੈਂ ਮਿਲੀ। ਪ੍ਰੋਫੈਸਰ ਮੋਹਨ ਸਿੰਘ ਨੂੰ ਤਾਰਿਆਂ ਦੇ ਛੱਜ, ਹੁਣ ਇੱਥੇ ਜ਼ਿਕਰ ਕਰਨ ਦਾ ਮੈਨੂੰ ਕੋਈ ਮਤਲਬ ਨਹੀਂ ਲੱਗਦਾ। ਮੈਂ ਚਾਹੁੰਦੀ ਹਾਂ ਕਿ ਮੇਰੇ ਪਾਠਕ ਸਰੋਤੇ ਤੇ ਤੁਸੀਂ ਵੀ ਜੇ ਨਹੀਂ ਪੜ੍ਹਿਆ ਤਾਰਿਆਂ ਦਾ ਛੱਜ ਪੜ੍ਹਿਓ। ਤੁਸੀਂ ਮੈਨੂੰ ਦਿੱਤੀ ਹੋਈ ਹਾਂ। ਤਾਂ ਉਹਦੇ 'ਚ ਮੈਂ ਜ਼ਿਕਰ ਦੱਸਿਆ ਹੋਇਆ ਕਿ ਮੈਂ ਇੱਥੇ ਬੜੀ ਬੇਬਾਕੀ ਨਾਲ ਮੈਂ ਦੱਸ ਰਹੀ ਹਾਂ ਕਿ ਮੇਰੀਆਂ, ਕਿਉਂਕਿ ਮੈਂ ਜਿਹੜੀਆਂ ਕਵਿਤਾਵਾਂ ਪਹਿਲੀਆਂ ਪੜ੍ਹੀਆਂ ਮੈਨੂੰ ਉਦੋਂ ਨਹੀਂ ਪਤਾ ਸੀ, ਉਹ ਟੀਨੇਜ 'ਚ ਕੀ ਪਤਾ ਹੁੰਦਾ ਕਿ ਮੈਂ ਅਮਰਤਾ ਦੀ, ਮੈਂ ਤਾਂ ਪ੍ਰਸ਼ੰਸਕ, ਅੱਜ ਵੀ ਅਮਰਤਾ ਦੀ ਓਨੀ ਪ੍ਰਸ਼ੰਸਕ ਹਾਂ, ਉਸ ਵੇਲੇ ਵੀ ਸੀ। ਤਾਂ ਮੇਰੀਆਂ ਬਹੁਤ ਸਾਰੀਆਂ ਨਜ਼ਮਾਂ ਅਮਰਤਾ ਬਾਰੇ ਲਿਖੀਆਂ ਹੋਈਆਂ ਸੀ। ਅੱਛਾ। ਉਹ ਮੈਂ ਨਜ਼ਮਾਂ ਪੜ੍ਹਦੀ ਗਈ, ਮੇਰਾ ਖਿਆਲ ਹੈ ਕਿੰਨੀ ਵਾਰ ਉਹ ਮੈਂ ਨਜ਼ਮਾਂ ਪੜ੍ਹੀਆਂ। ਅਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਦੇ ਨੇੜੇ ਸਿਰਫ ਮੇਰੇ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਇਸ ਕਰਕੇ ਪਸੰਦ ਕੀਤਾ, ਇਸ ਕਰਕੇ ਮੈਨੂੰ
ਚੰਗਾ ਸਮਝਿਆ ਜਾਂ ਇਸ ਕਰਕੇ ਨੇੜੇ ਵੀ ਰਹੀ ਮੈਂ ਕਿ ਮੈਂ ਅਮਰਤਾ ਨੂੰ ਪਸੰਦ ਕਰਦੀ ਸੀ। ਅੱਛਾ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਕਿਵੇਂ ਕੜੀ ਕਿਵੇਂ ਬਣੀ ਵੀ ਤੁਸੀਂ ਉਹ ਪ੍ਰੋਫੈਸਰ ਮੋਹਨ ਸਿੰਘ ਦੀ ਨਾਲ ਤੁਹਾਡਾ ਤਾਂ ਹੋਈ ਕਿਉਂਕਿ ਤੁਸੀਂ ਅਮਰਤਾ ਨੂੰ ਪਸੰਦ ਕਰਦੇ ਸੀਗੇ? ਪ੍ਰੋਫੈਸਰ ਮੋਹਨ ਸਿੰਘ ਵੀ ਅਮਰਤਾ ਨੂੰ ਪਸੰਦ ਕਰਦੇ ਸੀਗੇ? ਥੋੜਾ। ਅੱਛਾ, ਮੈਂ ਤਾਂ ਕਹਿੰਦੀ ਆ ਵੀ ਇੰਨੇ ਸਾਲਾਂ 'ਚ ਅਮਰਤਾ ਜੀ ਅਮਰਤਾ ਜੀ ਅਮਰਤਾ ਜੀ ਤੇ ਇਮਰੋਜ਼ ਜੀ ਫਿਰ? ਇਮਰੋਜ਼ ਹੈ। ਅੱਛਾ, ਸਾਹਿਰ ਵੀ ਹੈ। ਅੱਛਾ, ਨਵਤੇਜ ਵੀ ਹੈ। ਹਾਂਜੀ ਹਾਂਜੀ ਹਾਂਜੀ। ਸੰਤ ਸਿੰਘ ਸੇਖੋਂ ਵੀ ਹੈ। ਅੱਛਾ ਜੀ। ਸੋ ਰਸੀਦੀ ਟਿਕਟ ਪੜ੍ਹ ਲਓ। ਹਾਂਜੀ 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 ਹਾਂਜੀ। ਚਾਨਣ ਜੇ ਹੁੰਦਾ ਹਾਂਜੀ ਹਾਂਜੀ ਕਿ ਉਹਦੇ ਨਾਲ ਵੀ ਜੋੜੀ ਸੀ, ਉਹਦੇ ਨਾਲ ਵੀ ਹਰਿਭਜਨ ਸਿੰਘ ਨਾਲ ਆਸ ਜੋੜੀ ਸੀ, ਫਲਾੜੇ ਨਾਲ ਵੀ ਜੋੜੀ ਸੀ। ਜੁੜਦੀ ਤਾਂ ਜਿਹਦੇ ਨਾਲ ਮਰਜ਼ੀ ਜੋੜੀ ਜਾਓ ਤੁਸੀਂ। ਇੱਕ ਤੁਸੀਂ ਮੈਨੂੰ ਇਹ ਦੱਸਿਓ, ਤੁਸੀਂ ਬਹੁਤ ਕਿਤਾਬਾਂ ਦਾ ਕਵਿਤਾ ਦਾ ਭੰਡਾਰ ਲਿਖਿਆ ਹੈ ਨਾ, ਬੜਾ ਕੁਝ ਟਰਾਂਸਲੇਸ਼ਨ। ਤੁਸੀਂ ਜਿਹੜਾ ਅੱਜ ਦਾ ਪੰਜਾਬੀ ਸਾਹਿਤ ਹੈ ਜਿਹੜਾ ਹੁਣ ਰਚਿਆ ਜਾ ਰਿਹਾ, ਉਹਨੂੰ ਕਿੱਥੇ ਮੰਨਦੇ ਹੋ ਕਿ ਕਿੱਥੇ? ਕਈ ਤਰ੍ਹਾਂ ਦੇ ਸਵਾਲ ਚੱਲਦੇ ਆ, ਕਿਤਾਬਾਂ ਛਪ ਰਹੀਆਂ ਢੇਰਾਂ ਦੇ ਢੇਰ, ਕੋਈ ਸ਼ੱਕ ਸਟੋਰਾਂ 'ਚ ਜਾ ਰਹੀਆਂ। ਕੋਈ ਸ਼ੱਕ ਨਹੀਂ। ਜਿਵੇਂ ਤੁਸੀਂ ਪਹਿਲਾਂ ਗੱਲ ਇੱਕ ਸ਼ਬਦ ਵਰਤਿਆ ਸੀ ਝਾੜੂ ਪੋਚਾ, ਕੋਈ ਕਹਿੰਦਾ ਕੂੜ ਕੁਆੜ ਲਿਖਿਆ ਜਾ ਰਿਹਾ, ਤੁਸੀਂ ਇਹਨੂੰ ਕਿੱਥੇ ਲੈਂਦੇ ਹੋ? ਅੱਜ ਦਾ ਸਾਹਿਤ ਕਿੱਥੇ ਖੜਾ ਸਾਡਾ? ਦੇਖੋ ਗੱਲ ਇਹ ਹੈ ਕਿ ਵੀ ਅੱਜ ਦੇ ਬੱਚੇ ਜਿਹੜੇ ਨੇ, ਜਿਵੇਂ ਸਾਰੇ ਜਣੇ ਦੁਨੀਆ 'ਚ ਇੱਕ ਹੋੜ ਲੱਗੀ ਹੋਈ ਹੈ ਮੀਡੀਆ ਨੇ। ਸਾਡੇ ਵੇਲੇ ਤਾਂ ਮੀਡੀਆ ਵਗੈਰਾ ਕੁਝ ਨਹੀਂ ਸੀ ਹੁੰਦਾ। ਰੇਡੀਓ ਹੁੰਦਾ ਸੀਗਾ, ਸਵੇਰੇ ਚੱਲਣਾ, ਉਹ ਬੰਦ ਹੋ ਜਾਣਾ, ਫਿਰ ਦੁਪਹਿਰੇ ਨੂੰ ਥੋੜ੍ਹਾ ਚਿਰ ਚੱਲਣਾ, ਫਿਰ ਸ਼ਾਮ ਨੂੰ 5 ਵਜੇ ਤੋਂ ਚੱਲਣਾ। ਤੇ ਮੈਨੂੰ ਪਤਾ ਯਾਦ ਆ ਜਿਵੇਂ ਉਹ ਤਾਮਿਲੇ ਇਰਸ਼ਾਦ 'ਚ ਅਸੀਂ ਪੁਰਾਣੇ ਗੀਤ ਸੁਣਦੇ ਹੁੰਦੇ ਸੀ। ਜੀ ਜੀ। ਕੁਛ ਨਹੀਂ ਸੀ ਹੁੰਦਾ। ਹੁਣ ਮੀਡੀਆ, ਟੀਵੀ ਚੈਨਲਸ, ਰੇਡੀਓ ਦੇ ਇੰਨੇ ਕੁ ਆ ਗਏ ਨੇ, ਔਰ ਜਿਹੜਾ ਫੇਸਬੁੱਕ ਸਾਹਿਤ ਰਚਿਆ ਜਾ ਰਿਹਾ ਹੈ, ਉਸ ਨੇ ਸਾਡੇ ਲਿਟਰੇਚਰ ਨੂੰ ਮਾਰਿਆ। ਅੱਛਾ ਜੀ। ਹਰ ਬੰਦਾ, ਹਰ ਮੁੰਡਾ, ਹਰ ਕੁੜੀ 4 ਲਾਈਨਾਂ ਲਿਖਦਾ ਹੈ। ਉੱਥੇ ਉਹ ਕੋਈ ਨਹੀਂ ਪੜ੍ਹਦਾ। ਮੈਂ ਪੜ੍ਹਦੀ ਹਾਂ, ਤੁਸੀਂ ਪੜ੍ਹਦੇ ਹੋ। ਉੱਥੇ ਉਹ ਲਾਈਕ ਕਰ ਦਿੰਦੇ ਆ, ਲਾਈਕ ਕਰਕੇ ਵਾਹ ਲਿਖ ਦਿੰਦੇ ਆ। ਉਹ ਜਿਹੜੇ ਉਹ ਹੁੰਦੇ ਨੇ, ਉਹ ਭੇਜ ਦਿੰਦੇ ਨੇ, ਕਦੀ ਆਹ ਕਰਕੇ ਤੇ ਕਦੀ ਕਿਵੇਂ ਕਰਕੇ। ਉਹ ਬੰਦਾ ਇਹ ਸਮਝਦਾ ਕਿ ਮੇਰੀਆਂ ਲਾਈਕ ਇੰਨੀਆਂ ਆ ਗਈਆਂ, ਮੈਂ ਤਾਂ ਪਤਾ ਨਹੀਂ ਕੀ ਖੁਦਾ ਬਣ ਗਿਆ ਜੀ। ਹੁਣ ਮੈਂ ਇੱਥੇ ਇੱਕ ਗੱਲ ਕਰਦੀ ਹਾਂ, ਮੈਂ ਆਪਣੇ ਆਪ ਨੂੰ ਜਾਣਦੀ ਹਾਂ ਕਿ ਜਦੋਂ ਮੈਂ ਕਵਿਤਾ ਲਿਖੀਆਂ ਸੀਗੀਆਂ, ਜੇ ਮੈਂ ਉੱਦਾਂ ਦੀ ਹੁੰਦੀ ਤਾਂ ਮੈਂ ਰੰਧਾਵਾ ਜੀ ਨੂੰ ਨਾ ਲਿਖਦੀ ਕਿ ਵੀ ਤੁਸੀਂ ਮੇਰੀਆਂ ਕਵਿਤਾ ਦਾ ਮੁੱਖ ਬੰਦ ਲਿਖੋ। ਜੀ ਜੀ ਜੀ। ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਜਿਸ ਵੇਲੇ ਕਵਿਤਾਵਾਂ ਸੁਣਾਈਆਂ, ਸਨ 70 ਦੀ ਗੱਲ ਹੈ ਇਹ, 69 ਤੇ 70, ਮੈਨੂੰ ਕਹਿੰਦੇ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ। ਅੱਛਾ ਜੀ। ਮੈਨੂੰ ਬਹੁਤ ਬੁਰਾ ਲੱਗਾ ਸੀ ਵੀ ਬੰਦਿਆ, ਮੈਂ ਤਾਂ ਤੇਰੇ ਕੋਲੋਂ ਮੁੱਖ ਬੰਦ ਲਿਖਾਉਣ ਆਈ ਸੀ, ਤੂੰ ਮੈਨੂੰ ਕਹਿ ਰਿਹਾ ਵੀ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ। ਮੈਂ ਅੰਡਰਲਾਈਨ ਕਰਕੇ ਗੱਲ ਕਹਿ ਰਹੀ ਹਾਂ ਸੁਣਨ ਵਾਲਿਆਂ ਵਾਸਤੇ ਵੀ। ਠੀਕ ਹੈ। ਫਿਰ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖੀ। ਉਹਨਾਂ ਨੇ ਮੇਰਾ ਸ਼ਾਇਦ ਚਿਹਰਾ ਪਛਾਣ ਲਿਆ ਹੋਵੇ। ਮੈਨੂੰ ਚਿੱਠੀ ਲਿਖੀ ਕਿ ਜਿਸ ਦਿਨ ਤੇਰਾ ਕਾਵ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ, ਅੱਛਾ, ਦੁਨੀਆ ਆਪੇ ਮੰਨ ਜਾਏਗੀ। ਸੋ 1974 'ਚ ਇੱਕ ਦਿਨ ਮੇਰੀ ਕਵਿਤਾ ਗਾ ਰਹੇ ਆ ਉਹ, ਮਨਜੀਤ ਤੇਰੀ ਕਿਤਾਬ ਛਾਪ ਦਈਏ, ਚੋਣ ਵੀ ਮੈਂ ਕਰਾਂਗਾ, ਮੁਖਬੰਦ ਵੀ ਮੈਂ ਲਿਖਾਂਗਾ, ਕਿਤਾਬ ਛਪਣ ਵਾਸਤੇ ਵੀ ਮੈਂ ਭੇਜਾਂਗਾ। ਇਹ ਛੋਟੀ ਗੱਲ ਸੀ? ਮੈਂ ਤੁਹਾਨੂੰ ਜਿੰਨਾ ਕਿ ਪਹਿਲਾਂ ਸ਼ੁਰੂ ਤੋਂ ਜਾਣਦਾ, ਤੁਸੀਂ ਬੜੇ, ਮੈਂ ਤੁਹਾਨੂੰ ਇੱਕ ਦਲੇਰ ਜਿਹਾ ਮੰਨਦਾ ਜਾਂ ਇੱਕ ਗੱਲ ਆਪਣੀ ਡੰਕੇ ਨਾਲ ਕਹਿਣ ਵਾਲੇ, ਪਰ ਜਿਹੜੀ ਤੁਸੀਂ ਹੁਣ ਗੱਲਾਂ ਕਰ ਰਹੇ ਹੋ, ਮੈਨੂੰ ਇਹ 'ਚੋਂ ਨਾ ਇੱਕ ਥੋੜ੍ਹੀ ਢਿੰਦੀ ਕਲਾ ਵਾਲੀ ਗੱਲ ਜੀ ਲੱਗ ਰਹੀ ਆ। ਨਹੀਂ, ਇਸ ਤੁਹਾਡੇ ਆਪਣੇ ਪੱਖੋਂ ਨਹੀਂ, ਵੀ ਜਿਵੇਂ ਪਹਿਲਾਂ ਤੁਸੀਂ ਕੀਤੀ ਸੀ ਵੀ ਇਨਾਮ ਲੈਣ ਲਈ ਔਰਤਾਂ ਨੂੰ ਮੋਢੇ ਨਾਲ ਮੋਢਾ ਲਾਉਣਾ ਪੈਂਦਾ, ਜਾਂ ਉਹ ਮਤਲਬ ਤੁਸੀਂ ਕੀ ਸੋਚਦੇ ਵੀ ਔਰਤ ਦੀ ਐਕਸਪਲੋਇਟੇਸ਼ਨ? ਇਹ ਬਚਪਨ ਦੀ ਕਹਾਣੀ ਗੱਲ ਹੈ। ਜਦੋਂ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਨੇ, ਨਹੀਂ ਮੈਂ ਹੁਣ ਤੁਹਾਨੂੰ ਦੱਸਦਾ, ਕੀ ਤੁਸੀਂ ਮੰਨਦੇ ਹੋ ਕਿ ਔਰਤ ਦੀ ਚਾਹੇ ਇਨਾਮ ਲੈਣ ਲਈ, ਚਾਹੇ ਕਿਤਾਬਾਂ ਛਾਪਣ ਲਈ, ਚਾਹੇ ਕੋਈ ਚੰਗੀ ਨੌਕਰੀ ਲੈਣ ਲਈ, ਪੋਸਟਾਂ ਲੈਣ ਲਈ, ਵੀ ਔਰਤ ਦੀ ਐਕਸਪਲੋਇਟੇਸ਼ਨ ਕਾਫੀ ਆ? ਤੁਸੀਂ ਇਹ ਮੰਨਦੇ ਹੋ? ਦੇਖੋ, ਜਿਹੜਾ ਐਕਸਪਲੋਇਟੇਸ਼ਨ, ਦੇਖੋ ਗੱਲ ਸੁਣੋ, ਮੈਂ ਆਪਣੇ ਆਪ ਨੂੰ ਬੜੀ ਦਲੇਰ ਸਮਝਦੀ ਹਾਂ, ਪਰ ਤੁਹਾਡਾ ਕੀ ਖਿਆਲ ਹੈ ਕਿ ਵੀ ਮੇਰੀ ਜਦੋਂ ਰਾਤ ਦਾ ਹਨੇਰਾ ਹੁੰਦਾ ਆ ਜਾਂ ਇਕੱਲੀ ਕਾਰੀ ਕਿਤੇ ਮੈਂ ਹੁੰਨੀ ਆ, ਮੈਂ ਵੀ ਉਨਾ ਹੀ ਡਰਦੀ ਹਾਂ ਜਿੰਨੀ ਕੋਈ ਕੁੜੀ ਡਰਦੀ ਹੋਊਗੀ। ਔਰਤ ਦੀ ਸਰੀਰਕ ਬਣਤਰ ਦੇ ਕੋਲੋਂ ਡਰਦੇ ਆ, ਲੇਕਿਨ ਤੇ ਐਕਸਪਲੋਇਟੇਸ਼ਨ ਦੇਖੋ ਉਹ ਕਿਵੇਂ ਕਿਸੇ ਨੇ ਪੁੱਛਣਾ ਨਹੀਂ ਹੁੰਦਾ, ਕਿਸੇ ਨੂੰ ਕੋਈ ਨਹੀਂ ਪੁੱਛਣ ਜਾਂਦਾ
ਜਦੋਂ 2 ਸਾਲ ਦੀ ਕੁੜੀ ਦੀ ਨੂੰ ਰੇਪ ਹੁੰਦੀ ਹੈ, ਬਿਲਕੁਲ ਠੀਕ ਹੈ ਜੀ, 10 ਸਾਲ ਦੀ ਕੁੜੀ ਰੇਪ ਹੁੰਦੀ ਹੈ, ਉਸ ਵੇਲੇ ਕੌਣ ਕਿਸੇ ਨੂੰ ਪੁੱਛਦਾ ਕੀ ਹੁੰਦਾ ਹੈ? ਉਹ ਇੱਕ ਫੀਅਰ ਹੈ, ਉਹ ਇੱਕ ਭੈ ਹੈ, ਉਹ ਇੱਕ ਡਰ ਹੈ, ਉਹ ਇੱਕ ਆਤੰਕ ਹੈ। ਠੀਕ ਹੈ। ਜਿਹੜਾ ਮਨਜੀਤ ਇੰਦਰਾ ਵਰਗੀ, ਜਿਹੜੀ ਮਨਜੀਤ ਇੰਦਰਾ ਸਮਝਦੀ ਹੈ ਕਿ ਮੈਨੂੰ ਕੋਈ ਕੀ ਕਹਿ ਲੂਗਾ। ਠੀਕ ਹੈ ਨਾ? ਠੀਕ ਹੈ। ਕੁਛ ਐਸਾ ਹੈਗਾ ਆ ਕਿ ਵੀ ਹੁਣ ਕਈ ਨੌਕਰੀ ਲੈਣ ਵਾਸਤੇ ਐਕਸਪਲਾਇਟ ਹੋ ਰਹੀਆਂ ਕੁੜੀਆਂ, ਤੁਸੀਂ ਆਮ ਤੌਰ ਤੇ ਆਪਾਂ ਦੇਖਦੇ ਹਾਂ। ਜੀ ਜੀ। ਬਦਲੀਆਂ ਕਰਾਉਣ ਵਾਸਤੇ ਐਕਸਪਲਾਇਟ ਹੋ ਰਹੀਆਂ ਕੁੜੀਆਂ, ਕੰਮ ਹੋਣ ਨਹੀਂ ਆਉਂਦਾ, ਕੰਮ ਸਿੱਖਣ ਵਾਸਤੇ ਜਾਂਦੀ। ਇਹ ਐਕਸਪਲਾਇਟੇਸ਼ਨ, ਮੇਰੀ ਕਿਤਾਬ ਹੈ ਇੱਕ ਅਲਖ। ਅੱਛਾ ਜੀ। ਪਹਿਲਾਂ ਮੈਂ ਇੱਕ ਨਾਵਲ ਲਿਖਿਆ ਸੀ, ਤੂੰ ਆਵਾਜ਼ ਮਾਰੀ ਹੈ। ਜੀ ਮੈਂ ਅਲਖ, ਹਾਂਜੀ, ਤੂੰ ਆਵਾਜ਼ ਮਾਰੀ ਹੈ ਮੇਰਾ ਕਵਿਤਾ 'ਚ ਨਾਵਲ ਹੈ, 200 ਸਫ਼ਿਆਂ 'ਚ ਮੈਂ ਲਿਖਿਆ। ਉਹਦੇ 'ਚ ਮੈਂ ਇੱਕ ਕੁੜੀ ਨੂੰ ਪਿੱਛੇ ਹਟਾਇਆ ਸੀ ਕਿ ਇਹ ਜਿਹੜਾ, ਜਦੋਂ ਮੈਂ ਚੰਡੀਗੜ੍ਹ 'ਚ, ਕਿਉਂਕਿ ਮੈਂ ਜ਼ਿਆਦਾ ਸਮਾਂ ਰਹੀ ਹਾਂ, ਰਹੀ ਹਾਂ 84 ਤੋਂ ਮੈਨੂੰ ਲੱਗਦਾ ਕਿ ਵੀ ਚੰਡੀਗੜ੍ਹ 'ਚ ਇਹ ਹੁੰਦਾ, ਸਾਰੇ ਹੀ ਹੋ ਰਿਹਾ। ਇਹ ਅੱਜ ਦਾ ਨਹੀਂ ਹੋ ਰਿਹਾ, ਐਕਸਪਲਾਇਟੇਸ਼ਨ ਬਹੁਤ ਪੁਰਾਣੀ ਸ਼ੁਰੂ ਤੋਂ ਹੀ ਹੋ ਰਹੀ ਹੈ। ਤੁਹਾਨੂੰ ਇੱਥੇ ਥੋੜ੍ਹਾ ਜਿਹਾ ਕੱਟਣਾ ਪੈਣਾ ਮੈਨੂੰ, ਥੋੜ੍ਹਾ ਜਿਹਾ ਮਾਈਂਡ ਨਾ ਕਰਿਓ। ਤੁਸੀਂ ਵੀ ਪ੍ਰੋਫੈਸਰ ਰਿਟਾਇਰ ਹੋ ਗਏ, ਤੁਸੀਂ ਵੀ ਕਿਸੇ ਚੰਗੇ ਅਹੁਦੇ ਤੇ ਪਹੁੰਚ ਸਕਦੇ ਸੀਗੇ। ਹਾਂ, ਪਹੁੰਚ ਸਕਦੀ ਸੀ। ਡਾਇਰੈਕਟਰ ਭਾਸ਼ਾ ਵਿਭਾਗ ਵੀ ਸਕਦਾ ਸੀਗਾ, ਮੈਂ ਕਿਤੇ ਵੀ ਜਾ ਸਕਦੀ ਸੀ, DPI ਦਫ਼ਤਰ ਕੋਈ ਡਾਇਰੈਕਟਰ ਬਣ ਸਕਦੇ ਸੀਗੇ। ਤੁਸੀਂ ਕੀ ਸੋਚਦੇ ਹੋ ਕਿ ਤੁਹਾਡੇ ਚਾਂਸਸ ਇਸ ਕਰਕੇ ਮਾਰੇ ਗਏ ਸ਼ਾਇਦ? ਦੇਖੋ, ਗੱਲ ਇਹ ਹੈ ਕਿ ਵੀ ਤੁਸੀਂ ਕਿਸੇ ਦੇ ਨਾਲ ਰਾਬਤਾ ਹੀ ਨਹੀਂ ਰੱਖ ਰਹੇ, ਜ਼ਮਾਨਾ ਇਦਾਂ ਦਾ ਹੀ ਹੈ। ਤੁਹਾਡਾ ਕੀ ਖਿਆਲ ਹੈ ਕਿ ਮੈਂ ਚੇਅਰਮੈਨ ਨਹੀਂ ਲੱਗ ਸਕਦੀ ਕਿਤੋਂ ਦੀ ਜਾ ਕੇ? ਮੈਂ ਕਿਸੇ ਅਕੈਡਮੀ 'ਚ ਨਹੀਂ ਜਾ ਸਕਦੀ? ਮੈਂ ਜਾ ਸਕਦੀ ਹਾਂ। ਅੱਛਾ। ਨਾ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਨੇ, ਠੀਕ ਹੈ। ਬਾਕੀ ਕਿ ਮੰਤਰੀਆਂ ਨੂੰ ਮਿਲ ਕੇ ਜਾ ਕੇ ਮੈਂ ਦੱਸਾਂ ਕਿ ਜੀ ਮੈਨੂੰ ਆਹ, ਮੈਂ 10 ਕੁ ਵਾਰ ਮੁਲਾਕਾਤਾਂ ਕਰਾਂ ਤਾਂ ਪਤਾ ਲੱਗੂਗਾ। ਮੇਰੀ ਕਲਮ ਤਾਂ ਕੁਛ ਨਹੀਂ ਦੱਸ ਰਹੀ, ਕਿਉਂਕਿ ਉਹਨਾਂ ਕੋਲ ਫੁਰਸਤ ਨਹੀਂ ਹੈ ਕਿ ਉਹ ਪੜ੍ਹਨਗੇ। ਸੋ ਇਹਦੇ ਕੁਛ ਵੀ ਮਾਨੇ ਤੁਸੀਂ ਸਮਝ ਸਕਦੇ ਹੋ। ਬਹੁਤ ਵਧੀਆ। ਅੱਛਾ, ਮੈਨੂੰ ਤੁਸੀਂ ਇੱਕ ਹੋਰ ਦੱਸਿਓ। ਮੈਂ ਹੁਣ, ਕਿਉਂਕਿ ਤੁਸੀਂ ਗੱਲ ਕਵਿਤਾ ਦੀ ਕੀਤੀ ਆ, ਥੋੜ੍ਹਾ ਜਿਹਾ ਮੈਂ ਮਾਹੌਲ ਵੀ ਸ਼ਾਂਤ ਤੇ ਲਿਆਵਾਂ ਸ਼ਾਂਤੀ 'ਤੇ। ਮੈਂ ਨਾ ਹੁਣੀ ਸੋਚ ਰਿਹਾ ਸੀ ਕਿ ਅਸੀਂ ਆਪਣੇ ਇੱਥੇ ਇੱਕ ਮੁਸ਼ਾਇਰਾ ਕਰਾਈਏ। ਹਾਂ ਹਾਂ, ਜ਼ਰੂਰ। ਹੈ ਨਾ? ਤੇ ਮੈਨੂੰ ਕਿਸੇ ਨੇ, ਲੇਖਕ ਨੇ ਕਿਹਾ, ਯਾਰ ਉਹ ਮਨਜੀਤ ਇੰਦਰਾ ਨੂੰ ਵੀ ਬੁਲਾ ਲਿਓ, ਤਰਨਮ ਵਿੱਚ ਗਾ ਲੈਂਦੀ ਆ। ਤੇ ਹੁਣ ਤੁਸੀਂ ਮਾਹੌਲ ਸਾਹਿਤਕ, ਤੁਸੀਂ ਐ ਨਾ ਕਰੋ ਵੀ ਤਰਨਮ 'ਚ ਗਾਉਣ ਕਰਕੇ ਮਨਜੀਤ ਇੰਦਰਾ ਨੂੰ ਬੁਲਾਉਣਾ, ਅਦਰਵਾਈਜ਼ ਮਨਜੀਤ ਇੰਦਰਾ ਨੂੰ ਨਹੀਂ ਬੁਲਾਉਣਾ। ਉਹਨੇ ਵੀ ਕਿਹਾ ਵੀ ਤਰਨਮ ਵਿੱਚ ਵੀ ਗਾ ਲੈਂਦੀ ਆ। ਉਹਨੇ ਖਾਸ ਇੱਕ ਹੋਰ ਦੱਸੀ ਆ, ਤੁਹਾਡਾ ਖਾਸ ਮਿੱਤਰ ਆ, ਹੈ ਨਾ? ਤੇ ਇਸ ਕਰਕੇ ਜੇ ਤੁਸੀਂ ਹੁਣ ਆਪਾਂ ਥੋੜ੍ਹਾ ਜਿਹਾ ਮਾਹੌਲ ਹੈ ਨਾ ਬਣਾ ਲਈਏ, ਸ਼ਾਂਤ, ਕੂਲ, ਪਿਆਰਾ ਜਿਹਾ, ਇੱਕ ਸਾਨੂੰ ਕੁਝ ਤਰਨਮ ਵਿੱਚ ਕੁਝ, ਚਾਹੇ ਥੋੜ੍ਹਾ ਹੀ, ਜੋ ਤੁਹਾਡੇ ਦਿਲ ਦੇ ਨੇੜੇ ਆ। ਚਲੋ, ਮੇਰਾ ਇੱਕ ਬਹੁਤ ਪਾਪੂਲਰ ਗੀਤ ਹੈਗਾ ਜੀ, ਕਿਉਂਕਿ ਲੋਕਾਂ ਨੂੰ ਨਜ਼ਰ ਹੀ ਆਉਂਦਾ ਹੈ, ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ, ਸਕੂਲ ਐਜੂਕੇਸ਼ਨ ਬੋਰਡਸ ਨੇ ਇਹ ਆਪਣੇ ਸਿਲੇਬਸ ਚਲਾਇਆ ਹੋਇਆ। ਅੱਛਾ। ਤਾਂ ਜੇ ਵਿਦਿਆਰਥੀ ਕੁਛ ਹੋਣਗੇ ਤਾਂ ਸੁਣ ਲੈਣਗੇ। ਜੀ ਜੀ। ਹਾਂ। ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਰੁੱਖਾਂ ਨੂੰ ਲੈ ਕੇ ਕਲਾ ਵਿੱਚ ਆਪਣੇ, ਰੁੱਖਾਂ ਦੀ ਛਾਵੇਂ ਭਲੀ ਨੀਂਦੇ ਸੁੱਤੇ, ਨਾ ਰੁੱਖ ਹੈ ਨਾ ਛਾਂ ਹੈ ਨਾ ਦਿਲਬਰ ਕਲਾਵੇ, ਭੱਜੀਆਂ ਨੇ ਬਾਹੀਂ ਜਾਂ ਸੁਪਨੇ ਚੋਂ ਉੱਠੇ, ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਨਾ ਬਾਬੁਲ ਦਾ ਵੇੜਾ ਨਾ ਅੰਮੀ ਦੀ ਲੋਰੀ, ਸਖੀਆਂ ਦੇ ਸੰਗ ਚ ਰੋਕੇ ਨੇ ਛੁੱਟੇ, ਨਾ ਪੈਰਾਂ ਦੀ ਆਹਟ ਨਾ ਘੁੰਗਰੂ ਦੀ ਛਣ ਛਣ,
ਘੁੰਗਰੂ ਪੰਜੇਬੋਂ ਕੜਕ ਕਰਕੇ ਟੁੱਟੇ ਬੂਹਾ, ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ। ਮੈਂ ਨਾ ਹੁਣੀ ਸੁਣ ਕੇ ਆਇਆ, ਬਹੁਤ ਕਮਾਲ ਆ। ਇੱਕੋ ਦੱਸਿਓ ਹੁਣ ਤੁਸੀਂ, ਲਾਈਟ ਜੀ ਗੱਲ ਐਵੇਂ ਵੀ ਜਿਹੜਾ ਬਨੇਰਾ ਆ ਉਹ ਜ਼ਰੂਰੀ ਆ ਕਿ ਜਿਹਦੇ ਲਈ ਦੀਵਾ ਬਾਲਣਾ ਉਹ ਜ਼ਰੂਰੀ ਆ? ਦੇਖੋ, ਜਦੋਂ ਮੈਂ ਲਿਖੀ ਸੀ ਇਹ ਗੱਲ ਮੈਨੂੰ, ਕਿਉਂਕਿ ਜਦੋਂ ਤੁਸੀਂ ਲਿਖ ਦਿੰਦੇ ਹੋ ਲੋਕਾਂ ਦੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਜਦੋਂ ਮੈਂ ਲਿਖੀ ਸੀ ਉਹ ਬਲੂ ਸਟਾਰ ਆਪਰੇਸ਼ਨ ਦੇ ਦਿਨਾਂ 'ਚ, ਅੱਛਾ, ਕਿਹੜੇ ਬਨੇਰੇ ਸੀ ਤੇ ਕਿਹੜੇ ਦੀਵੇ ਸੀ, ਠੀਕ ਹੈ, ਕਿਹੜੇ ਬਾਬਲ ਸੀ ਤੇ ਕਿਹੜੀਆਂ ਅਮੀਆਂ ਸੀ ਤੇ ਕਿਹੜੀਆਂ ਲੋਰੀਆਂ ਸੀ। ਉਹਦੇ 'ਚ ਲਾਸਟ ਇੱਕ ਪੈਰਾ ਸੀ ਮੇਰਾ ਇਸੇ ਦਾ, ਹੋਈ ਪ੍ਰੀਤ ਬੇਵਾ ਨੜੋਆ ਨਾ ਕੋਈ, ਭਲੇ ਵਾਰ ਬੂਹੇ ਸ਼ਰੀਹਾਂ ਦੇ ਪੱਤੇ, ਬਿਲਕੁਲ, ਨੈਣਾ ਦੇ ਦੀਵੇ ਜਗਾ ਕੌਣ ਵੇਖੇ, ਗਏ ਹਾਂ ਉਦਾਸੇ ਜਾਂ ਬਿਰਹੋਂ ਚ ਕੁੱਠੇ। ਸੋ ਉਹ ਹਾਲਾਤ ਨੇ। ਦੀਵੇ ਵਾਸਤੇ ਬਨੇਰਾ ਵੀ ਹੋਣਾ ਚਾਹੀਦਾ ਤੇ ਬਨੇਰੇ ਵਾਸਤੇ ਕੋਈ ਕੁਦਰਤੀ ਦੀਵਾ ਹੋਣਾ ਚਾਹੀਦਾ। ਤੁਸੀਂ ਲਾਸਟ ਬਸ ਇਹ ਦੱਸਿਓ ਮੈਨੂੰ ਕਿ ਤੁਸੀਂ ਕੋਈ ਮਨ ਵਿੱਚ ਕੋਈ ਲਿਖਣ ਜਾਂ ਕੀ ਜ਼ਿੰਦਗੀ ਸਾਡੀ ਹੁਣ ਇਸ ਵੇਲੇ, ਕਿਉਂਕਿ ਦੇਖੋ ਤੁਸੀਂ ਬੜਾ ਕੁਝ ਖੱਟ ਕਮਾ ਲਿਆ ਆਪਾਂ ਇਹ ਕਹਿ ਲਈਏ। ਮੈਂ ਕਹਿੰਦਾ ਹੁੰਦਾ ਵੀ ਜਿਹੜੀ ਸਿਵਾ ਮੁਕਤੀ ਦੀ ਉਮਰ ਆ ਨਾ, ਇਹ ਢਲਦੀ ਸ਼ਾਮ ਜੀ ਹੁੰਦੀ ਆ। ਵੀ ਜਿਵੇਂ ਬੰਦਾ ਕੰਮ ਕੁਮ ਕਰਕੇ ਦਿਨ ਵੇਲੇ ਆ ਕੇ ਆਉਂਦਾ, ਤਸੱਲੀ ਜੀ ਹੁੰਦੀ ਆ ਕਿ ਭਾਈ ਮੈਂ ਦਿਨ ਵੇਲੇ ਆਪਣਾ ਕੰਮ ਕਰਿਆ, ਮੈਂ ਹੁਣ ਸੰਤੁਸ਼ਟ ਹਾਂ ਸ਼ਾਮ ਨੂੰ। ਤੁਸੀਂ ਬੜਾ ਕੁਝ ਕੀਤਾ ਤੇ ਮਨ 'ਚ ਹੋਰ ਇੱਛਾ ਕੀ ਆ ਕਿ ਮੈਂ ਤਾਂ ਸੰਤੁਸ਼ਟ ਨਹੀਂ ਆ। ਅੱਛਾ, ਨੌਕਰੀ ਕੀਤੀ ਹੈ, ਰੋਟੀ ਰੋਜ਼ੀ ਲਈ ਕੀਤੀ ਹੈ, ਰੋਟੀ ਖਾਣੀ ਸੀ, ਕਵਿਤਾ ਰੋਟੀ ਨਹੀਂ ਦਿੰਦੀ ਜੀ, ਤੁਹਾਨੂੰ ਵੀ ਚੰਗੀ ਤਰ੍ਹਾਂ ਨਾਲ ਪਤਾ ਹੋਣਾ ਆ। ਜੇ ਮੇਰੀ ਕਵਿਤਾ ਮੈਨੂੰ ਰੋਟੀ ਦਿੰਦੀ ਹੁੰਦੀ ਤਾਂ ਸ਼ਾਇਦ ਮੈਂ ਨੌਕਰੀ ਨਾ ਕਰਦੀ ਹੁੰਦੀ ਜੀ, ਪਰ ਨੌਕਰੀ ਕਰਕੇ ਇੱਕ ਆਪਣਾ ਸਕੂਨ ਸੀ। ਜੀ ਜੀ, ਮੇਰੇ ਵਿਦਿਆਰਥੀ ਮੇਰਾ ਸਰਮਾਇਆ ਰਹੇ ਨੇ, ਅੱਜ ਵੀ ਨੇ। ਕੋਈ ਵਿਦਿਆਰਥੀ ਕਿਤੇ ਜੱਜ ਲੱਗਾ ਆ, ਕੋਈ ਕਿਤੇ DC ਲੱਗਾ ਆ, ਕੋਈ ਕਿਤੇ ਜੀ, ਮਤਲਬ ਤਸੱਲੀ ਹੈ ਬਿਲਕੁਲ। ਲੇਕਿਨ ਜੇ ਤੁਸੀਂ ਕਹਿੰਦੇ ਹੋ ਵੀ ਸ਼ਾਇਰੀ ਦੀ ਗੱਲ ਹੈ, ਸ਼ਾਇਰੀ 'ਚ ਮੈਂ ਕੋਈ ਮਾਰਕਾ ਨਹੀਂ ਮਾਰਿਆ। ਅੱਛਾ ਜੀ, ਅੱਛਾ। ਮੈਨੂੰ ਲੱਗਦਾ ਵੀ ਇਹ ਐਸੀ ਐਕਸਰਸਾਈਜ਼ ਹੈ। ਹਰ ਕਵੀ, ਹਰ ਲੇਖਕ ਇੱਕ ਐਕਸਰਸਾਈਜ਼ ਕਰਦਾ ਹੈ। ਉਹ ਮੈਂ ਐਕਸਰਸਾਈਜ਼ ਕਰ ਰਹੀ ਹਾਂ ਕੋਈ ਚੰਗਾ ਲਿਖਣ ਦੀ ਆਸ ਵਿੱਚ। ਇਹ ਪੁੱਛਦਾ ਮਤਲਬ ਅਜੇ ਕੋਈ ਹੈ ਮਨ 'ਚ ਕਿ ਸ਼ਾਹਕਾਰ ਅਜੇ? ਹਾਂ, ਲਿਖ ਰਹੀ ਹਾਂ। ਲਿਖ ਰਹੇ ਹੋ? ਲਿਖ ਰਹੇ। ਚਲੋ, ਬਹੁਤ ਬਹੁਤ ਮੁਬਾਰਕਾਂ, ਰੱਬ ਕਰੇ ਛੇਤੀ ਸਾਨੂੰ ਪੜ੍ਹਨ ਸੁਣਨ ਨੂੰ ਮਿਲੇ। ਸੋ ਦਰਸ਼ਕੋ, ਇਹ ਸਨ ਪ੍ਰੋਫੈਸਰ ਡਾਕਟਰ ਮਨਜੀਤ ਇੰਦਰਾ ਜੀ, ਜਿਨ੍ਹਾਂ ਨੇ ਬੜੀਆਂ ਹੀ ਦਿਲ ਖੋਲ੍ਹ ਕੇ ਬੜੀ ਗਟਸ ਨਾਲ ਗੱਲਾਂ ਕੀਤੀਆਂ ਤੇ ਗਟਸ ਲਈਏ ਜਾਣੇ ਜਾਂਦੇ ਆ। ਸੋ ਤੁਹਾਨੂੰ ਸਾਡੀ ਡਾਕਟਰ ਪ੍ਰੋਫੈਸਰ ਮਨਜੀਤ ਇੰਦਰਾ ਨਾਲ ਜਿਹੜੀ ਗੱਲਬਾਤ ਆ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਣਾ। ਅਗਲੇ ਹਫ਼ਤੇ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਕਮਲਜੀਤ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਕੈਂਟ ਪੰਜਾਬ। ਅੱਛਾ ਮੈਡਮ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਬੜਾ ਚੰਗਾ ਲੱਗਾ। ਸ਼ੁਕਰੀਆ।